ਮਿਲੈ ਵਡਿਆਈ। ਸਾਚੈ ਰੰਗ ਰਾਤੇ ਸਹਜੇ ਮਾਤੇ, ਸਹਜੇ ਰਹਿ ਸਮਾਈ। ਸੱਚਾ ਮਨ ਪਾਇਆ ਸੱਚ ਵਸਾਇਆ, ਸ਼ਬਦ ਰਤੇ ਅੰਤ ਨਿਬੇਰਾ। ਨਾਨਕ ਨਾਮ ਰਤੇ ਸੇ ਸਤ ਸਮਾਣੇ, ਬਾਹੁਰ ਨਾ ਭਵਜਲ ਫੇਰਾ। ਸੱਚਾ ਮਨ ਭਾਇਆ ਸੱਚ ਵਸਾਇਆ, ਸ਼ਬਦ ਰਤੇ ਅੰਤ ਨਿਬੇਰਾ। ਨਾਨਕ ਨਾਮ ਰਤੇ ਸੇ ਸਚ ਸਮਾਣੇ, ਬਾਹੁਰ ਨਾ ਭਵਜਲ ਫੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਭਾਈਵਾਲ ਬਣਿਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰੈਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ, ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਮਹਾਰਾਜ ਨੇ ਸਾਡੇ ਵਾਸਤੇ ਬਖਸ਼ਿਸ਼ ਕੀਤੀ, ਦਰ ਖੁੱਲ੍ਹਿਆ ਤੇ ਉਪਦੇਸ਼ ਪ੍ਰਾਪਤ ਹੋਇਆ। ਅੱਜ ਮਹਾਰਾਜ ਨੇ ਸਾਨੂੰ ਇੱਕ ਜੁਗਤ ਦਿੱਤੀ ਹੈ ਕਿਤੇ ਅਸੀਂ ਵੀ ਇਹਦੇ ਤਹਿਤ ਅਰਦਾਸ ਕਰ ਸਕੀਏ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮਹਿ, ਤਾਰਹੁ ਤਾਰਨ ਹਾਰੇ। ਅਰਦਾਸ ਕਰ ਸਕੀ ਸੱਚੇ ਪਾਤਸ਼ਾਹ, ਜਦੋਂ ਸਾਡਾ ਕੋਈ ਜੋਰ ਤਾਣ ਮੱਤ ਬੁੱਧ ਬਲ ਹੈ ਹੀ ਨਹੀਂ ਸੀ, ਉਦੋਂ ਹੀ ਸਾਡੀ ਰੱਖਿਆ ਕੀਤੀ ਜੇ, ਤੇ ਹੁਣ ਤੇ ਆਪ ਨੇ ਸਾਨੂੰ ਮੱਤ ਬੁੱਧ ਬਲ ਵੀ ਬਖਸ਼ਿਆ। ਮਾਤ ਗਰਭ ਤੋਂ ਲੈ ਕੇ ਹੁਣ ਤੱਕ ਬਚਾਓ ਕੀਤਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪ ਹੀ ਰੱਖੋਗੇ ਨਾ। ਤੇ ਇਹ ਵੀ ਗੱਲ ਸਾਨੂੰ ਸਮਝ ਆ ਜਾਏ ਕਿ ਮੱਤ ਸਮਝ ਬੈਠੀ ਕਿ ਹੁਣ ਅਸੀਂ ਬੜੇ ਸਿਆਣੇ ਚਾਲਾਕ ਹੋ ਗਏ ਹਾਂ, ਸਾਨੂੰ ਮੱਤ ਮਿਲ ਗਈ, ਬੁੱਧ ਮਿਲ ਗਈ, ਸਭ ਕੁਝ ਮਿਲ ਗਿਆ। ਨਹੀਂ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਜਿਹੋ ਜਿਹੀ ਅਗਨੀ ਗਰਭਾ ਦੇ ਵਿੱਚ ਹੈ, ਬਿਲਕੁਲ ਦਿਸਦੀ ਤੇ ਨਹੀਂ, ਪਰ ਵੈਸੇ ਮਾਇਆ ਦਾ ਸਰੂਪ ਹੈ। ਇਹ ਵੀ ਤਰਲਤਾ ਦੇ ਵਿੱਚ ਹੈ, ਇਹਦਾ ਵਿਸਤਾਰ ਬਹੁਤ ਹੈ। ਸਾਡੀ ਪਹੁੰਚ ਜਿੱਥੋਂ ਤੱਕ ਜਾਏਗੀ ਉੱਥੋਂ ਤੱਕ ਮਾਇਆ ਦਾ ਪਸਾਰਾ ਹੈ। ਇਸੇ ਕਰਕੇ ਬਾਣੀ ਵਿੱਚ ਇੱਕ ਇੱਕ ਸਬਜੈਕਟ ਨੂੰ ਬੜੀ ਬਾਰੀਕੀਆਂ ਦੇ ਨਾਲ ਔਰ ਵਿਸਤਾਰ ਦੇ ਕੇ ਅਲੱਗ ਅਲੱਗ ਥਾਵਾਂ 'ਤੇ ਖੋਲ੍ਹਿਆ ਗਿਆ ਹੈ।
जैसी अगन उदर में तैसी बाहर माया, माया अगन सब इको जेही, करता है खेल रचाया। और ਅਸੀਂ ਕਰਤਾ ਪੁਰਖ ਦੇ ਇਸ ਖੇਲ ਦੇ ਵਿੱਚ ਖੇਡ ਰਹੇ ਹਾਂ। ਖੇਡਣ ਵਾਲਿਆਂ ਵਾਸਤੇ ਕੁਝ ਨਿਯਮ, ਕੁਝ ਹੁਕਮ ਹੁੰਦੇ ਨੇ। ਉਹਨਾਂ ਵਾਸਤੇ ਕੋਈ ਬਾਉਂਡਰੀ ਵਾਲ ਬਣੀ ਪਈ ਤੋਂ ਬਾਹਰ ਨਹੀਂ ਜਾਣਾ। ਖੇਡਣਾ ਵੀ ਆ ਤੇ ਇਸ ਨਿਯਮ ਦੇ ਤਹਿਤ ਖੇਡਣਾ ਹੈ। ਉਹੀ ਕਰਤੱਵ ਜਦੋਂ ਉਹਨਾਂ ਨਿਯਮਾਂ ਤੋਂ ਬਾਹਰਾ ਹੋ ਜਾਂਦਾ ਏ ਤੇ ਉਹੀ ਕਰਤੱਵ ਯੁੱਧ ਬਣ ਜਾਂਦਾ ਹੈ। ਕੰਮ ਓਨਾ ਹੀ ਹੁੰਦਾ ਹੈ। ਮੈਦਾਨ ਵਿੱਚ ਦੋ ਧਿਰਾਂ ਹੀ ਆਪਸ ਵਿੱਚ ਭਿੜ ਰਹੇ ਹੁੰਦੇ ਨੇ। ਆਪਸ ਵਿੱਚ ਦੋਨੋਂ ਧਿਰਾਂ ਭਿੜਦੇ ਨੇ, ਕਿਸੇ ਨਿਯਮ ਕਾਨੂੰਨ ਦੇ ਤਹਿਤ ਨੇ, ਇੱਕ ਦੂਜੇ ਦਾ ਸਤਿਕਾਰ ਕਰਦੇ ਭਿੜਦੇ ਨੇ। ਅਤੇ ਖੇਡ ਹੈ, ਜਦੋਂ ਕਾਨੂੰਨ ਨਿਯਮ ਕੋਈ ਨਹੀਂ ਰਹਿ ਗਿਆ, ਇੱਕ ਦੂਜੇ ਸਤਿਕਾਰ ਟੁੱਟ ਗਿਆ ਅਤੇ ਉਹ ਯੁੱਧ ਬਣ ਜਾਂਦਾ। ਜ਼ਰੂਰੀ ਨਹੀਂ ਕਿ ਯੁੱਧ ਵਿੱਚ ਗੋਲੀਆਂ ਹੀ ਚੱਲਦੀਆਂ ਹੋਣ। ਅਸਾਂ ਯੁੱਧਾਂ ਦੇ ਬੜੇ ਰੂਪ ਪੜ੍ਹੇ ਸੁਣੇ ਨੇ। ਬਹੁਤ ਸਾਰੇ ਰਾਜਿਆਂ ਦੇ ਫੈਸਲੇ ਮੱਲ ਯੁੱਧ ਕਰਕੇ ਹੁੰਦੇ ਰਹੇ ਨੇ। ਭਲਵਾਨਾਂ ਨੂੰ ਲੜਾ ਦੇਣਾ, ਉਹਨਾਂ ਦੀ ਜਿੱਤ ਹਾਰ ਦੇ ਨਾਲ ਹੀ ਫੈਸਲੇ ਹੋ ਜਾਂਦੇ। ਅਤੇ ਚੇਤਾ ਰੱਖਣਾ, ਸਾਡਾ ਤਾਂ ਹਰ ਵਕਤ ਸੰਸਾਰ 'ਚ ਇੱਕ ਯੁੱਧ ਚੱਲ ਰਿਹਾ। ਸਾਨੂੰ ਵੀ ਕਿਹਾ ਗਿਆ ਬਈ ਤੁਸੀਂ ਵੀ ਆਪਣੇ ਹੱਥ ਵਿੱਚ ਸ਼ਸਤਰ ਪਕੜ ਕੇ ਇਸ ਯੁੱਧ ਵਿੱਚ ਨਿਰੰਤਰ ਜਾਰੀ ਰੱਖਣਾ ਹੈ। ਦੁਨੀਆ ਨੇ ਆਪੋ ਆਪਣੇ ਹਥਿਆਰ ਪਕੜੇ ਨੇ, ਅਸੀਂ ਵੀ ਗਿਆਨ ਖੜਗ ਪਕੜਨਾ। ਸਾਨੂੰ ਕਿਹਾ ਗਿਆ ਯੁੱਧ ਕਿਹਦੇ ਨਾਲ ਹੈ? ਸਾਡਾ ਕਿਸੇ ਹੋਰ ਬਾਹਰਲਿਆਂ ਨਾਲ ਯੁੱਧ ਨਹੀਂ ਜੇ, ਸਾਡਾ ਯੁੱਧ ਆਪਣਾ ਹੀ, ਆਪਣੇ ਮਨ ਦੇ ਸੰਕਲਪਾਂ ਅਤੇ ਵਿਕਲਪਾਂ ਦੇ ਨਾਲ ਜੇ। ਆਪਣੇ ਹੀ ਮਨ ਦੇ ਨਾਲ ਯੁੱਧ। ਗਿਆਨ ਖੜਗ ਲੈ ਮਨ ਸਿਉ ਲੂਝ ਜਾਏ। ਗਿਆਨ ਦਾ ਖੰਡਾ ਲੈ ਕੇ ਆਪਣੇ ਮਨ ਦੇ ਨਾਲ ਹੀ ਯੁੱਧ ਕਰੀਏ ਅਤੇ ਮਨ ਜਿਹੜੇ ਵਿਕਲਪ ਉਠਾਉਂਦਾ ਹੈ ਉਹਨਾਂ ਦੀ ਛਾਂਟ ਕਾਂਟ ਕਰਦੇ ਰਹੀਏ, ਕੱਟਦੇ ਰਹੀਏ। ਔਰ ਜਦੋਂ ਇਹ ਗੱਲ ਸਮਝ ਆ ਜਾਏ ਕਿ ਭਾਈ ਸੰਸਾਰ ਵਿੱਚ ਅਸੀਂ ਆਏ, ਕਰਤਾ ਪੁਰਖ ਨੇ ਸਾਨੂੰ ਭੇਜਿਆ ਅਤੇ ਸੰਸਾਰ ਦੇ ਇਸ ਰਚਨਾਤਮਕ ਵੱਖ ਨੂੰ ਕਿਸ ਦ੍ਰਿਸ਼ਟੀਕੋਣ ਦੇ ਨਾਲ ਅਸੀਂ ਦੇਖੀਏ। ਇਹ ਖੁਲਾਸਾ ਫਿਰ ਮਹਾਰਾਜ ਹੈ ਇਹਨਾਂ ਪਾਵਨ ਬਚਨਾਂ 'ਚ, ਜਿਹਨੂੰ ਅਸੀਂ ਲੜੀਵਾਰ ਬਚਨ ਪੜ੍ਹਦੇ ਹਾਂ, ਇਹਦੇ ਵਿੱਚੋਂ ਹੁੰਦਾ ਹੈ। ਜਿਹਨ 'ਚ ਗਲ ਟਿਕ ਜੈ ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਮਾਧੋ ਤੂੰ ਠਾਕੁਰ ਸਿਰ ਮੋਰਾ, ਈਹਾਂ ਊਹਾਂ ਤੁਹਾਰੋ ਤੋਹਰਾ। ਹੁਣ ਈਹਾਂ ਅਤੇ ਊਹਾਂ ਦਾ ਹੀ ਸਾਰਾ ਖੇਲ ਹੈ। ਅਤੇ ਅੱਜ ਕੀ ਕਹਿੰਦੇ ਨੇ, ਇਹ ਮਨ ਮੇਰਿਆ ਆਵਾ ਗੌਣ ਸੰਸਾਰ ਹੈ। ਇਹ ਮਨਾ ਕੱਲ ਸਮਝ ਲੈ, ਈਹਾਂ ਅਤੇ ਊਹਾਂ, ਜੋ ਇੱਥੇ ਅਤੇ ਉੱਥੇ ਆ ਰਹੇ ਹਾਂ ਅਤੇ ਜਾ ਰਹੇ ਹਾਂ, ਆ ਰਹੇ ਹਾਂ ਅਤੇ ਜਾ ਰਹੇ ਹਾਂ। ਉੱਥੋਂ ਆਏ ਹਾਂ ਇੱਥੇ, ਇੱਥੋਂ ਜਾਣਾ ਹੈ ਉੱਥੇ। ਕੰਮ ਤਾਂ ਇੰਨਾ ਕੁ ਹੈ, ਜਿੰਨਾ ਕੁ ਇਹ ਕਹਿਣ ਨੂੰ ਸਰਲ ਜਿਹਾ ਹੈ, ਇੰਨਾ ਹੀ ਔਖਾ ਹੈ। ਜਾਣਾ ਉੱਥੇ ਹੈ, ਅਸਾਂ ਭੇ ਉੱਥੇ ਜਾਣਾ। ਅਤੇ ਜੇ ਕੋਈ ਪੁੱਛਦਾ ਕਿੱਥੇ ਜਾਣਾ, ਜਿੱਥੇ ਸਾਡੇ ਵੱਡੇ ਚਲੇ ਗਏ। ਵੱਡੇ ਡੈਫੀਨਿਟਲੀ ਕਿੱਥੇ ਪਹੁੰਚੇ ਸਾਨੂੰ ਪਤਾ ਹੀ ਨਹੀਂ। ਅਸੀਂ ਕਹਿ ਦਿੰਦੇ ਹਾਂ ਪ੍ਰਲੋਕ ਗਏ, ਪ੍ਰਲੋਕ ਗਏ ਨਾ, ਅਤੇ ਪ੍ਰਲੋਕ ਤਾਂ ਬਹੁਤ ਵੱਡਾ ਹੋਵੇਗਾ ਨਾ। ਸਾਨੂੰ ਤਾਂ ਜਿਸ ਲੋਕ ਦੇ, ਇਸ ਧਰਤੀ ਦੇ ਨਕਸ਼ਿਆਂ ਦਾ ਨਹੀਂ ਪੂਰਾ ਪਤਾ, ਅਤੇ ਪ੍ਰਲੋਕ ਦਾ ਕੀ ਪਤਾ ਹੈ। ਪ੍ਰਲੋਕ ਤਾਂ ਬਹੁਤ ਦੂਰ ਹੈ, ਬਹੁਤ ਵੱਡਾ ਹੋਵੇਗਾ। ਪ੍ਰਲੋਕ ਦੀ ਰਚਨਾ ਦੇ ਬਾਰੇ ਤਾਂ ਸਾਨੂੰ ਪਤਾ ਹੀ ਕੋਈ ਨਹੀਂ। ਚਲੇ ਪ੍ਰਲੋਕ ਗਏ ਨੇ। ਉਸ ਪ੍ਰਲੋਕ ਦੇ ਵਿੱਚ ਲੋਕਾਂ ਦੇ ਵਡੇਰਿਆਂ ਨੇ ਸਮੇਂ-ਸਮੇਂ ਇਹਨਾਂ ਗੱਲਾਂ ਨੂੰ ਸਮਝਾਉਣ ਵਾਸਤੇ ਅਲੱਗ-ਅਲੱਗ ਦਰਸ਼ਨ ਕਰਾਏ ਨੇ। ਨਰਕ, ਸਵਰਗ, ਜੰਨਤ ਆਦਿਕ, ਦੋਜ਼ਕ, ਉਸੇ ਪ੍ਰਲੋਕ ਦੇ ਅਲੱਗ-ਅਲੱਗ ਹਿੱਸਿਆਂ ਦਾ ਜ਼ਿਕਰ ਹੈ। ਉੱਥੇ ਕੀ ਹੈ ਅਤੇ ਕਿਵੇਂ ਹੈ, ਇਹਦੇ ਬਾਰੇ ਅਸੀਂ ਤੁਸੀਂ ਇੱਕ ਦੂਜੇ ਨੂੰ ਨਹੀਂ ਕਹਿ ਪਾਵਾਂਗੇ, ਕਿਉਂਕਿ ਸਾਨੂੰ ਪਤਾ ਨਹੀਂ ਹੈ। ਅਸੀਂ ਉੱਥੇ ਕਦੇ ਗਏ ਨਹੀਂ ਅਤੇ ਸਾਡਿਆਂ ਦੀ ਮਜਬੂਰੀ ਇਹ ਹੈ, ਸਾਡੇ ਜਿਹੜੇ ਗਏ ਨੇ ਉਹ ਨਾ ਆ ਕੇ ਦੱਸਿਆ ਕਦੇ ਨਹੀਂ। ਕੋਈ ਐਸਾ ਟਾਵਾਂ ਬਿਰਲਾ ਕਦੇ ਸਦੀਆਂ ਬਾਅਦ ਸੰਭਵ ਹੈ, ਹੋ ਸਕਦੇ ਨੇ, ਜਿਹੜੇ ਇੱਥੇ ਰਹਿੰਦਿਆਂ ਹੋਇਆਂ ਉੱਥੋਂ ਦੀਆਂ ਗੱਲਾਂ ਦੱਸ ਦੇਣ ਬਸ। ਅਤੇ ਇੱਥੇ ਰਹਿੰਦਿਆਂ ਹੋਇਆਂ ਜਿਨ੍ਹਾਂ ਨੇ ਉੱਥੋਂ ਦੀਆਂ ਗੱਲਾਂ ਦੱਸੀਆਂ, ਹੁਣ ਸਾਡੇ 'ਤੇ ਇਹ ਹੈ ਕਿ ਅਸੀਂ ਉਹਨਾਂ 'ਤੇ ਭਰੋਸਾ ਕਰੀਏ, ਬਸ ਇੰਨਾ ਹੀ ਕਰ ਸਕਦੇ।
ਤੇ ਜਾਂ ਨਾ ਕਰੀਏ। ਅੱਜ ਬਹੁਤ ਸਾਰੇ ਲੋਕ ਪਰਲੋਕ ਤੋਂ ਇਨਕਾਰ ਕਰ ਬੈਠੇ ਨੇ ਵੀ ਠੀਕ ਹੈ, ਮਰਜ਼ੀ ਤੁਹਾਡੀ। ਕਹਿੰਦੇ ਪਰਲੋਕ ਕਿਹੜਾ ਕਿਹਨੇ ਡਿੱਠਾ ਹੈ ਜੀ? ਕਿਸੇ ਨਹੀਂ ਡਿੱਠਾ। ਪਰ ਜਿਹੜਾ ਦੱਸ ਰਿਹਾ ਉਹਨੂੰ ਤਾਂ ਕੋਈ ਪਤਾ ਹੋਏਗਾ ਨਾ। ਜਿਵੇਂ ਅਸੀਂ ਦੇਸ਼ ਵਿਦੇਸ਼ ਦੀਆਂ ਯਾਤਰਾਵਾਂ ਜਿਹੜੇ ਸਾਡੇ ਤੋਂ ਵਡੇਰੇ ਕਰਦੇ ਨੇ, ਉਹ ਜਿਸ ਦੇਸ਼ ਜਾਂਦੇ ਨੇ ਉੱਥੋਂ ਦੇ ਹਾਲਾਤ, ਉੱਥੋਂ ਦੇ ਦਰਸ਼ਨ ਆ ਕੇ ਦੱਸਦੇ ਨੇ ਭਾਈ, ਅਸੀਂ ਮੰਨ ਲੈਂਦੇ ਹਾਂ। ਹੁਣ ਸਾਡੇ 'ਤੇ ਨਿਰਭਰ ਕਰਦਾ ਕਿ ਅਸੀਂ ਉਹਨਾਂ ਦੀ ਗੱਲ ਮੰਨੀਏ ਜਾਂ ਉਹਨਾਂ ਦੀ ਗੱਲ ਨਾ ਮੰਨੀਏ। ਇਸੇ ਤਰ੍ਹਾਂ ਗੁਰਬਾਣੀ ਵਿੱਚ ਕਈ ਥਾਂ 'ਤੇ ਪਰਲੋਕ ਦੇ ਦਰਸ਼ਨ ਨੇ ਕਰਾਏ ਗਏ ਨੇ। ਪਰ ਕੇਵਲ ਸਤਿਗੁਰੂ ਨੇ ਨਹੀਂ, ਬਹੁਤ ਸਾਰੇ ਭਗਤਾਂ ਨੇ, ਅਲੱਗ ਅਲੱਗ ਪੱਧਰ 'ਤੇ ਮਹਾਤਮਾਵਾਂ ਨੇ ਪਰਲੋਕ ਦੇ ਦਰਸ਼ਨ ਕਰਾਏ ਨੇ। ਕਿਸੇ ਸਵਰਗ ਕਰਕੇ ਕਰਾਏ, ਨਾਲ ਨਰਕ ਦਾ ਜ਼ਿਕਰ ਕੀਤਾ, ਕਿਸੇ ਜੰਨਤ ਦਾ ਜ਼ਿਕਰ ਕੀਤਾ, ਕਿਸੇ ਦੋਜ਼ਖ ਦਾ ਕੀਤਾ। ਉਹਨਾਂ ਦੇ ਨਕਸ਼ੇ ਅਲੱਗ ਅਲੱਗ ਹੋਣਗੇ, ਉਹਨਾਂ ਰੂਪ ਰੰਗ ਢੰਗ ਅਲੱਗ ਅਲੱਗ ਹੋਣਗੇ। ਸਾਡੇ ਸਤਿਗੁਰੂ ਨੇ ਜ਼ਿਕਰ ਵੀ ਕੀਤਾ, ਪਰ ਯਾਦ ਰੱਖਣਾ, ਸਤਿਗੁਰੂ ਪਾਤਸ਼ਾਹ ਸਾਹਿਬ ਜੀ ਨੇ ਜੋ ਸਾਡੇ ਵਾਸਤੇ ਸ਼ਹਿਰ ਵਸਾਇਆ ਨਾ, ਉਸ ਪਰਲੋਕ ਦੇ ਵਿੱਚ ਉਹਦਾ ਦਰਸ਼ਨ ਉਹਨਾਂ ਦਰਸ਼ਨਾਂ ਵਰਗਾ ਨਹੀਂ ਗਾ। ਇਹ ਵੱਖਰਾ ਹੈ, ਸੱਚਖੰਡ ਵਰਗਾ ਹੈ। ਇਹ ਸੱਚਖੰਡ ਹੈ ਕਿਉਂਕਿ ਅਸੀਂ ਦੇਖਿਆ ਨਹੀਂ, ਇਸ ਕਰਕੇ ਮਰਨਾ ਹੈ। ਅੱਜ ਇਹ ਗੱਲ ਸਮਝ ਆ ਜੇ, ਆਵਾਗੌਣ ਸੰਸਾਰ ਹੈ। ਸੰਸਾਰ ਦਾ ਮਤਲਬ ਕੀ ਹੈ? ਆਏ ਹਾਂ ਅਤੇ ਚਲੇ ਜਾਣਾ। ਇੱਥੇ ਸਦੀਵੀ ਰਹਿਣਾ ਨਹੀਂ ਹੈ। ਸਾਡੇ 'ਚੋਂ ਕੋਈ ਵੀ ਇੱਥੇ ਸਦੀਵ ਕਾਲ ਵਾਸਤੇ ਨਹੀਂ ਆਇਆ। ਸੱਚ ਤਾਂ ਇਹ ਹੈ ਕਿ ਕੋਈ ਪਰਲੋਕ ਵਿੱਚ ਵੀ ਸਦੀਵ ਕਾਲ ਵਾਸਤੇ ਨਹੀਂ ਜਾਂਦਾ। ਜਿਨ੍ਹਾਂ ਨੇ ਅਧਿਆਤਮ ਦਰਸ਼ਨ ਕੀਤੇ ਨੂੰ ਪਤਾ ਹੈ ਕਿ ਪਰਲੋਕ ਦੇ ਵਿੱਚ ਵੀ ਸਦੀਵ ਕਾਲ ਵਾਸਤੇ ਕੋਈ ਨਹੀਂ ਹੈ। ਉੱਥੋਂ ਦਾ ਵੀ ਸਮਾਂ ਹੈ, ਇੱਥੋਂ ਦਾ ਵੀ ਸਮਾਂ ਹੈ। ਔਰ ਉਹਨਾਂ ਦੇ ਸਮੇਂ ਅਤੇ ਸਾਡੇ ਸਮੇਂ ਦੇ ਵਿੱਚ ਅੰਤਰਾਲ ਹੋਏਗਾ। ਸਿਆਣੇ ਨੇ ਉਹਨੂੰ ਸਮਝਾਉਣ ਅਤੇ ਵਰਤਣ ਵਾਸਤੇ ਵੀ ਜ਼ਿਕਰ ਦੱਸੇ ਹੋਏ ਨੇ, ਜ਼ਿਕਰ ਕੀਤੇ ਨੇ। ਅਸੀਂ ਕਿੰਨਾ ਮੰਨਦੇ ਹਾਂ, ਕਿੰਨਾ ਨਹੀਂ ਮੰਨਦੇ, ਅਲੱਗ ਅਲੱਗ ਬਾਤਾਂ ਨੇ। ਉੱਥੋਂ ਦੇ ਜਿਵੇਂ ਅਸੀਂ ਕਹਿ ਦਿੰਦੇ ਹਾਂ ਵੀ ਸਾਡੇ ਇੱਥੇ ਦਿਨ ਹੈ ਅਤੇ ਦੂਜੇ ਮੁਲਕਾਂ 'ਚ ਇਸ ਵਕਤ ਅਮਰੀਕਾ 'ਚ ਰਾਤ ਹੋਣੀ ਆ, ਦਿਨ ਰਾਤ ਦਾ ਫਰਕ ਹੈ। ਅਤੇ ਸਿਆਣੇ ਨੇ ਕਈ ਥਾਂ ਐਸਾ ਦੱਸਿਆ ਹੈ ਕਿ ਭਾਈ ਸਾਡੇ ਇੱਥੋਂ ਦੇ ਸਮੇਂ ਜੋ ਦਿਨ ਪਹਿਰ ਨੇ, ਪਰਲੋਕ ਦੇ ਦਿਨ ਪਹਿਰਾਂ ਦੇ 'ਚ ਫਰਕ ਹੋਵੇਗਾ। ਇੱਥੋਂ ਦੇ ਕਈ ਦਿਨ ਪਹਿਰ ਗੁਜ਼ਰ ਜਾਣ ਅਤੇ ਉੱਥੇ ਪਲ ਵੀ ਨਹੀਂ ਗੁਜ਼ਰਦਾ। ਉੱਥੋਂ ਦੇ ਪਲ ਗੁਜ਼ਰੇ ਅਤੇ ਇੱਥੇ ਕਈ ਦਿਨ ਗੁਜ਼ਰ ਜਾਂਦੇ ਨੇ। ਐਸਾ ਗਣਤ ਹੈ। ਔਰ ਅਲੱਗ ਅਲੱਗ ਲੈਵਲਾਂ 'ਤੇ ਲੋਕਾਂ ਨੇ ਦੱਸਿਆ। ਮਹਾਰਾਜ ਨੇ ਇਹਨਾਂ ਚੱਕਰਾਂ 'ਚ ਸਾਨੂੰ ਨਹੀਂ ਪਾਇਆ। ਇਸੇ ਕਰਕੇ ਮਹਾਰਾਜ ਨੇ ਜਾ ਕਿਹਾ, ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋ। ਵੀ ਤੂੰ ਇਹਨਾਂ ਉਲਝਣਾ 'ਚ ਮਤ ਪੈ, ਤੈਨੂੰ ਨਹੀਂ ਪਤਾ। ਅਤੇ ਜਿੱਥੋਂ ਦੇ ਬਾਰੇ ਪਤਾ ਨਹੀਂ, ਉੱਥੇ ਬਾਰੇ ਬਹਿਸ ਨਹੀਂ ਕਰਨੀ ਚਾਹੀਦੀ। ਦੋ ਹੀ ਤਰੀਕੇ ਨੇ, ਮੰਨ ਲਓ ਜਾਂ ਨਾ ਮੰਨੋ। ਅਤੇ ਕਿਉਂਕਿ ਅਸੀਂ ਸਿੱਖ ਹਾਂ ਆਪਣੇ ਗੁਰੂ ਦੇ, ਅਤੇ ਆਪਣੇ ਗੁਰੂ ਦੀ ਸਿੱਖਿਆ ਅਸਾਂ ਮੰਨਣੀ ਹੈ। ਅਤੇ ਸਾਡੇ ਗੁਰੂ ਦੀ ਸਿੱਖਿਆ ਪਾਵਨ ਬਾਣੀ ਦੇ ਵਿੱਚ ਹੈਗੀ ਹੈ। ਜੋ ਜੋ ਪਾਵਨ ਬਾਣੀ ਵਿੱਚ ਦਿੱਤਾ ਕੀ ਹੈ ਸਾਨੂੰ, ਅਸੀਂ ਮੰਨ ਲਈਏ, ਬਸ ਇੰਨਾ ਕੁ ਕੰਮ ਸਾਡਾ ਹੈ। ਅਤੇ ਮਹਾਰਾਜ ਕਹਿੰਦੇ ਨੇ, ਭਾਈ ਆਹ ਜੋ ਸੰਸਾਰ ਹੈ ਜਿਹਦੇ ਵਿੱਚ ਤੂੰ ਰਹਿ ਰਿਹਾ ਹੈ, ਇਹਦਾ ਮੁੱਖ ਧੁਰਾ ਆਵਾਗਮਨ ਹੈ। ਇੱਥੇ ਆਉਣਾ ਅਤੇ ਜਾਣਾ ਹੈ। ਬਸ ਤੁਸੀਂ ਆਏ ਹਾਂ, ਅਸੀਂ ਚਲੇ ਜਾਣਾ ਹੈ। ਹੁਣ ਜਾਣਾ ਕਿੱਥੇ ਆ, ਇਹਦੀ ਤਿਆਰੀ ਥੋੜ੍ਹੀ ਬਹੁਤੀ ਕਰਨੀ ਪਏਗੀ। ਮਹਾਰਾਜ ਕਹਿੰਦੇ ਕਿ ਆਏ ਹੋ, ਅਤੇ ਜਦੋਂ ਜਾਣਾ ਹੁੰਦਾ ਹੈ, ਅਸੀਂ ਸਾਰੇ ਹੀ ਜਾਣ ਦੀ ਤਿਆਰੀਆਂ ਕਰਦੇ ਨਾ। ਆ ਘਰ ਪਰਿਵਾਰ 'ਚ ਸਾਨੂੰ ਪਤਾ ਲੱਗ ਜੇ ਕਿ ਫਲਾ ਤਾਰੀਖ ਨੂੰ ਅਸਾਂ ਕਿਤੇ ਜਾਣਾ ਹੈ, ਅਤੇ ਅਸੀਂ ਉਹਨੇ ਦਿਨ ਪਹਿਲਾਂ ਹੀ ਉੱਥੋਂ ਜਾਣ ਦੀਆਂ ਤਿਆਰੀਆਂ ਕਰਨ ਲੱਗ ਪੈਂਦੇ ਹਾਂ। ਆ ਜਿਹੜੇ ਵਿਦੇਸ਼ ਯਾਤਰਾਵਾਂ ਕਰਦੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਸਮਾਂ ਤਾਰੀਖ ਨਿਸ਼ਚਿਤ ਕਰ ਲਈ ਜਾਂਦੀ ਹੈ, ਅਤੇ ਜਿਸ ਮੁਲਕ ਅਸਾਂ ਜਾਣਾ ਹੁੰਦਾ ਹੈ, ਉਸ ਮੁਲਕ ਦੇ ਤਾਪਮਾਨ ਦੇ ਮੁਤਾਬਕ ਅਸੀਂ ਕੱਪੜੇ ਇਕੱਠੇ ਕਰਨ ਲੱਗ ਪੈਂਦੇ ਹਾਂ। ਉੱਥੋਂ ਦੇ ਮੁਤਾਬਕ ਜੋ ਚੀਜ਼ਾਂ ਉੱਥੇ ਲਿਜਾ ਸਕਦੇ ਹਾਂ, ਉਹ ਇਕੱਠੀਆਂ ਕਰਨ ਲੱਗ ਪੈਂਦੀਆਂ। ਕੱਪੜੇ ਹੋ ਜੇ, ਸਾਜੋ ਸਮਾਨ ਹੋ ਜਿਆ, ਫਿਰ ਉੱਥੇ ਕੀ ਕਰੰਸੀ ਚੱਲੇਗੀ ਉਹਦਾ ਇੰਤਜ਼ਾਮ ਕਰਨ ਲੱਗ ਪੈਂਦੇ ਹਾਂ। ਅਤੇ ਸਾਰਾ ਇੰਤਜ਼ਾਮ ਕਰ ਕਰਾ ਕੇ ਇੱਕ ਪੰਡ ਬੰਨ੍ਹ ਕੇ ਅਸੀਂ ਨਿਸ਼ਚਿਤ ਤਾਰੀਖ 'ਤੇ ਆਪਣੇ ਘਰੋਂ ਆਪੇ ਹੀ ਤੁਰ ਪੈਂਦੇ ਹਾਂ। ਅਤੇ ਜਿਹੜੇ ਸਿਆਣਪ ਨਾਲ ਤਾਰੀਖ ਤਿਆਰੀ ਕਰਦੇ ਨੇ, ਸੌਖੇ ਆਪਣੇ ਮੰਜ਼ਿਲਾਂ 'ਤੇ ਪਹੁੰਚ ਜਾਂਦੇ ਨੇ। ਅਤੇ ਜਿਹੜੇ ਸਿਆਣਪ ਨਾਲ ਤਿਆਰੀਆਂ ਨਹੀਂ ਕਰਦੇ, ਪਹੁੰਚਦੇ ਉਹ ਵੀ ਜਾਂਦੇ ਹੋਣਗੇ, ਪਰ ਉਹਨਾਂ ਚੰਬੋਤੇ ਰਾਹਾਂ ਚਟਕ ਜਾਂਦੇ ਨੇ। ਅੱਜ ਵੀ ਅਸੀਂ ਦੁਖਾਂਤ ਸੁਣਦੇ ਨਾ, ਜੋ ਬਿਹਤਰੀਨ ਤਿਆਰੀਆਂ ਦੇ ਨਾਲ ਵਿਦੇਸ਼ ਯਾਤਰਾਵਾਂ 'ਤੇ ਨਹੀਂ ਜਾਂਦੇ, ਉਹ ਰਸਤਿਆਂ ਚਟਕੇ ਫਿਰਦੇ ਨੇ। ਕੋਈ ਕਿਤੇ ਫਸਿਆ, ਕੋਈ ਕਿਤੇ ਫਸਿਆ ਹੈ, ਪਿੱਛੇ ਮਾਪੇ ਕਲਪਦੇ ਨੇ, ਕੋਈ ਪਿੱਛੇ ਹੋਰ ਜੀਵ ਵਿਲਕ ਰਹੇ ਨੇ, ਕਲਪ ਰਹੇ ਨੇ। ਇਹ ਕਲਪ ਰਹੇ ਨੇ, ਵਿਲਕ ਰਹੇ ਨੇ, ਅਤੇ ਉਹ ਦੁੱਖ ਭੋਗ ਰਹੇ ਨੇ, ਰਸਤਿਆਂ 'ਚ ਫਸੇ। ਐਸਾ ਹੀ ਹੈ
ਜਿਹੜੇ ਬਿਹਤਰੀਨ ਤਿਆਰੀ ਕਰਕੇ ਜਾਂਦੇ ਨੇ ਉਹ ਸੁਖੈਨ ਪਹੁੰਚ ਜਾਂਦੇ ਨੇ, ਅਤੇ ਜਿਹੜੇ ਬਿਹਤਰੀਨ ਤਿਆਰੀ ਨਹੀਂ ਕਰਦੇ, ਠੀਕ ਢੰਗ ਨਾਲ ਨਹੀਂ ਇੱਥੋਂ ਤੁਰਦੇ, ਉਹ ਕਲਪਦੇ ਨੇ, ਪਰੇਸ਼ਾਨ ਹੁੰਦੇ ਨੇ, ਫਿਰ ਵਾਪਸ ਭੇਜਤੇ ਜਾਂਦੇ ਨੇ। ਆ ਸ਼ਬਦ ਹੈ ਨਾ, ਡਿਪੋਰਟ ਕਰ ਦੇਣਾ ਅੱਜ ਕੱਲ੍ਹ ਬਣ ਗਿਆ। ਫਿਰ ਉੱਥੇ ਸਜ਼ਾ ਸੁਜਾ ਭੁਗਤਾ ਕੇ ਫਿਰ ਵਾਪਸ ਭੇਜ ਦਿੰਦੇ ਨੇ, ਫਿਰ ਜਾਣਾ ਪੈਂਦਾ, ਫਿਰ ਇਹੀ ਆਵਾਗਾਉਣ ਹੈ। ਅਧਿਆਤਮਿਕ ਦਰਸ਼ਨ ਦੇ ਗਿਆਨੀ ਵੀ ਇੱਦਾਂ ਹੀ ਕਹਿੰਦੇ ਨੇ, ਮਾਤਲੋਕ 'ਤੇ ਆਏ ਹਾਂ, ਸਹੀ ਤਿਆਰੀ ਕਰਕੇ ਗਏ ਤੇ ਨਿਸ਼ਚਿਤ ਮੁਕਾਮ 'ਤੇ ਪਹੁੰਚ ਜਾਵਾਂਗੇ, ਅਤੇ ਜੇ ਸਹੀ ਤਿਆਰੀ ਕਰਕੇ ਨਹੀਂ ਤੁਰੇ, ਇੱਥੋਂ ਗਏ ਰਸਤੇ 'ਚ ਜੰਮ ਘਿਰ ਲਏਗਾ, ਲੁੱਟ ਪੁੱਟ ਲਏਗਾ, ਖਾਲੀ ਹੱਥ ਹੋ ਜਾਵਾਂਗੇ, ਉਹ ਕੁਝ ਨਾ ਸਾਨੂੰ ਉੱਥੇ ਨਾਲ ਸੁੱਟ ਛੱਡੇਗਾ, ਫਿਰ ਮਾਤਲੋਕ 'ਤੇ ਆ ਜਾਵਾਂਗੇ, ਫਿਰ ਇੱਥੇ ਰੋਵਾਂ ਕਲਪਾਂਗੇ, ਫਿਰ ਭੁਗਤਾਂਗੇ, ਫਿਰ ਜਾਵਾਂਗੇ, ਫਿਰ ਆਵਾਂਗੇ, ਕਿਤਨੀ ਵਾਰ ਜਾਵਾਂ ਤੇ ਆਵਾਂਗੇ ਪਤਾ ਨਹੀਂ, ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਇਹ ਲੰਬੇ ਰਾਹ ਦੇ ਬਣ ਗਏ, ਪਤਾ ਨਹੀਂ ਕੰਮ ਕਦੋਂ ਮੁੱਕੇਗਾ। ਬਸ ਚੇਤਾ ਰੱਖੀ, ਜਿਵੇਂ ਵਿਦੇਸ਼ ਜਾਣ ਵਾਸਤੇ ਸਹੀ ਰੂਪ ਨਾਲ ਤਿਆਰੀਆਂ ਕਰਨੀਆਂ ਹੁੰਦੀਆਂ ਨੇ, ਸਹੀ ਕਾਗਜ਼ਾਤ, ਸਹੀ ਸਾਮਾਨ, ਸਭ ਕੁਝ ਸਾਨੂੰ ਟਿਕ ਲਗਾਉਣਾ ਪੈਂਦਾ, ਠੀਕ ਹੈ ਠੀਕ ਹੈ ਠੀਕ ਹੈ, ਅਤੇ ਸਿਆਣਿਆਂ ਤੋਂ ਜਾਂਚ ਪੜਤਾਲ ਕਰਾਉਣੀ ਪੈਂਦੀ ਹੈ। ਇਸੇ ਤਰ੍ਹਾਂ ਆਪਣੇ ਲੋਕ ਪਰਲੋਕ ਦੇ ਮੰਡਲਾਂ ਦੀ ਵੀ ਕਿਤੇ ਜਾਂਚ ਪੜਤਾਲ ਸਾਨੂੰ ਸਮਝ ਆ ਜਾਏ। ਕੰਮ ਤਾਂ ਇੰਨਾ ਕੀ, ਸੰਕਲਪ ਵਿਕਲਪ ਬੜੇ ਵੱਡੇ ਵੱਡੇ ਹੋਣਗੇ, ਪਰ ਕੰਮ ਇੰਨਾ ਕੀ ਹੈ, ਕਾਗਜ਼ਾਤ ਸਹੀ ਹੋਵਣ, ਸਾਮਾਨ ਸਹੀ ਹੋਵੇ। ਯਾਤਰਾ ਦੀ ਤਾਰੀਖ ਸਾਡੀ ਨਹੀਂ ਹੈ, ਇੱਥੇ ਯਾਤਰਾ ਦੀ ਤਾਰੀਖ ਮਾਲਕਾਂ ਨੇ ਨਿਯਤ ਕੀਤੀ ਹੈ, ਅਤੇ ਜਾਣਾ ਜ਼ਰੂਰ ਹੈ। ਇੱਥੇ ਤਾਂ ਹੋ ਸਕਦਾ ਨਾ ਜਾਈਏ, ਸਰ ਜੇਗਾ, ਪਰ ਇਹ ਆਵਾਗਾਉਣ ਦੀ ਯਾਤਰਾ 'ਤੇ ਜਾਣਾ ਜ਼ਰੂਰ ਪੈਣਾ ਹੈ। ਅਤੇ ਫਿਰ ਕਿਉਂ ਨਾ ਜੋ ਸਹੀ ਸਾਜੋ ਸਮਾਨ ਹੈ ਉਹ ਬੰਨ੍ਹ ਲਈਏ। ਔਰ ਇਹੀ ਗੱਲ ਸਮਝ ਆ ਜੇ, ਭਗਤਾਂ ਨੇ ਬੜੇ ਪਿਆਰ ਨਾਲ ਕਿਹਾ ਨਾ, ਭਾਈ ਸਾਜੋ ਸਮਾਨ 'ਤੇ ਬੰਨ੍ਹ ਰਹੇ ਸੀ ਲੋਕ ਸਾਰੇ, ਅਤੇ ਲੋਕਾਂ ਨੇ ਸੋਚਿਆ ਉੱਥੇ ਜਾ ਕੇ ਆ ਵੀ ਮਿਲ ਜੇਗਾ, ਆ ਵੇਖਿਆ ਹੋਣਾ ਕਈ ਵਾਰ ਸਾਡੇ ਉੱਥੇ ਜਾ ਕੇ ਮਹਿੰਗਾ ਵਿਕ ਜਾਂਦਾ ਹੈ ਜੀ, ਉੱਥੇ 4 ਪੈਸੇ ਵਟ ਲਾਂਗੇ ਜੀ, ਆਹ ਹੋ ਜਾਏਗਾ, ਆਹ ਹੋ ਜਾਏਗਾ, ਕਿੰਨੀ ਬਣ ਜਿਆ ਕਾਂਸੀ ਤਾਂਬਾ, ਕਿੰਨੀ ਲੌਂਗ ਸੁਪਾਰੀ। ਉਹਨਾਂ ਲੋਕਾਂ ਸਾਜੋ ਸਮਾਨ ਬੰਨ੍ਹ ਲਿਆ ਵੀ ਜਾ ਕੇ ਮਹਿੰਗਾ ਵਿਕ ਜਾਏਗਾ, ਪੈਸੇ ਬਣੇ, ਲੇਕਿਨ ਸੰਤੋਹ ਬਨ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਸੰਤਾਂ ਨੇ ਕਿਹਾ ਨਾ ਭਾਈ, ਰੱਬ ਦਾ ਨਾਮ ਪੱਲੇ ਬੰਨ੍ਹ ਲਓ, ਇੰਨਾ ਬੜਾ ਹੈ। ਰੱਬ ਦੇ ਨਾਮ ਨੂੰ ਜੇ ਦਰਸ਼ਨ ਵਿੱਚ ਸੰਸਾਰ ਸਮਝਣਾ ਹੋਵੇ, ਸਾਮਾਨ ਦੀ ਪੰਡ ਬਣਨ ਦੀ ਬਜਾਏ ਪੈਸੇ ਇਕੱਠੇ ਕਰ ਲਓ, ਉੱਥੋਂ ਦੀ ਕਰੰਸੀ 'ਚ ਬਦਲ ਲਓ, ਜੋ ਚਾਹੋ ਮਰਜ਼ੀ ਲੈ ਲਓ। ਕੰਮ ਤਾਂ ਇਹ ਨਹੀਂ ਹੈ ਨਾ, ਧਨ ਹੈ ਨਾ, ਯਾਦ ਰੱਖਣਾ। ਗੁਰਬਾਣੀ 'ਚ ਇਸ ਨੂੰ ਸਮਝਾਉਣ ਵਾਸਤੇ ਧਨ ਸ਼ਬਦ ਵਰਤੇ ਹੈ। ਸੰਸਾਰ ਦਾ ਧਨ ਸਾਡੇ ਕੋਲ ਹੋਵੇ, ਸਹੀ ਤਰੀਕੇ ਨਾਲ ਉਹਨੂੰ ਕਨਵਰਟ ਕਰਾ ਲਓ, ਜਿਸ ਮਰਜ਼ੀ ਮੁਲਕ ਚਲੇ ਜਾਓ, ਜੋ ਮਰਜ਼ੀ ਸਾਮਾਨ ਭੁਗਤਦੇ ਰਹੋ, ਪਰ ਚੇਤਾ ਰੱਖਣਾ ਅਧਿਆਤਮ ਦੇ ਵਿੱਚ ਵੀ ਧਨ ਹੈ, ਅਤੇ ਜਿਹਨੇ ਇੱਥੇ ਧਨ ਕਮਾਇਆ ਹੋਏਗਾ ਉਹੀ ਕਨਵਰਟ ਕਰਾ ਪਾਏਗਾ ਨਾ, ਅਤੇ ਅਧਿਆਤਮਿਕ ਧਨ ਵੀ ਜਿਹਨੇ ਕਮਾਇਆ ਹੋਏਗਾ ਉਹੀ ਜਾ ਕੇ ਖਰਚ ਕਰ ਪਾਏਗਾ ਨਾ। ਜਿਹਨੇ ਇੱਥੇ ਧਨ ਕਮਾਇਆ ਹੀ ਨਹੀਂ, ਉਹਦੇ ਪੱਲੇ ਕੀ ਹੈ। ਅਤੇ ਇੱਕ ਗੱਲ ਚੇਤਾ ਰੱਖਣਾ, ਆ ਜੋ ਕੁਛ ਵੀ ਜਨਮ ਸੁੱਖ ਸਾਜੋ ਸਮਾਨ ਹੈ, ਇਹ ਸਭ ਕੁਛ ਨਾਮ ਧਨ ਦੇ ਸਦਕੇ ਹੈ। ਅਭਿਆਸੀ ਤਾਂ ਇੱਥੋਂ ਤੱਕ ਮੰਨਦੇ ਨੇ, ਕਈ ਵਾਰ ਜੋ ਜਨਮ ਮਿਲਦਾ ਨਾ, ਜੀਆਂ ਨੂੰ ਜਨਮ ਮਿਲਦਾ ਹੈ, ਜੀਵਨ ਨਹੀਂ ਮਿਲਦਾ। ਕਈਆਂ ਨੂੰ ਜਨਮ ਵੀ ਨਹੀਂ ਮਿਲਦਾ। ਇਹ ਗੱਲਾਂ ਔਖੀਆਂ ਨੇ। ਮਾਪੇ ਮਿਲਦੇ ਨੇ, ਮਾਤਾ ਪਿਤਾ ਮਿਲ ਜਾਂਦੇ ਨੇ, ਗਰਭ ਕਾਲ ਮਿਲ ਜਾਂਦਾ ਹੈ, ਪਰ ਜਨਮ ਨਹੀਂ ਮਿਲਦਾ। ਕਈਆਂ ਨੂੰ ਮਾਤਾ ਪਿਤਾ ਮਿਲ ਜਾਂਦੇ ਨੇ, ਗਰਭ ਕਾਲ ਕੱਟਿਆ ਜਾਂਦਾ, ਪਰ ਜੀਵਨ ਨਹੀਂ ਮਿਲਦਾ। ਹੁਣ ਅਸੀਂ ਅਲੱਗ-ਅਲੱਗ ਤਰੀਕੇ ਨਾਲ ਇਹਨਾਂ ਚੀਜ਼ਾਂ ਦੀ ਵਿਆਖਿਆ ਕਰਦੇ ਹਾਂ। ਹਿਕਮਤ ਦੇ ਮੁਤਾਬਕ ਸੰਸਾਰ ਵਿੱਚ ਆਹ ਕਾਰਨ ਹੋ ਗਿਆ, ਆਹ ਕਾਰਨ ਹੋ ਗਿਆ, ਤਾਂ ਹੋਇਆ। ਪਰ ਕਿਤੇ ਸਤਿਗੁਰੂ ਤੋਂ ਪੁੱਛੀ, ਮਹਾਰਾਜ ਇਹ ਜੋ ਜੀ ਜਿਹਨੂੰ ਜਨਮ ਨਹੀਂ ਮਿਲ ਰਿਹਾ, ਇਹ ਕਿਉਂ ਮਰਦੇ ਨੇ? ਸਤਿਗੁਰੂ ਤੋਂ ਆਪਾਂ ਪੁੱਛ ਸਕਦੇ, ਹੱਕ ਹੈ ਨਾ। ਮਹਾਰਾਜ ਕਹਿਣ ਲੱਗੇ, ਨਾਮਹੀਨ ਇਹ ਜੀ ਤੇ ਨੇ, ਪਰ ਇਹਨਾਂ ਦੇ ਪੱਲੇ ਨਾਮ ਨਹੀਂ ਹੈ, ਨਾਮ ਧਨ ਨਹੀਂ ਹੈ। ਨਾਮਹੀਨ ਗਰਭ ਗਲ ਜਾਏ, ਗਰਭ ਤੱਕ ਪਹੁੰਚਣ ਜੋਗੇ ਨਾਮ ਧਨ ਸੀ, ਉਹਦੀ ਵੈਲਿਊ ਇੰਨੀ ਕੁ ਸੀ। ਜਿਵੇਂ ਅਸੀਂ ਕਿਹਾ, ਜੇ ਕਿ ਅਸੀਂ 1000 ਮੀਲ ਸਫ਼ਰ ਕਰਨਾ ਹੋਵੇ ਅਤੇ ਸਾਡੇ ਕੋਲ ਕਿਰਾਇਆ ਕੇਵਲ 200 ਮੀਲ ਦਾ ਹੋਵੇ, ਅਤੇ ਕੀ ਕਰੋਗੇ? 200 ਮੀਲ ਬਾਅਦ ਜਾ ਕੇ ਅਗਲਾ ਬੱਸ ਤੋਂ ਲਾਹ ਦੇਗਾ, ਇੰਨੇ ਕੰਮ ਕਰ 200 ਮੀਲ ਤੱਕ ਲੈ ਜਾਏਗਾ, ਉਤੋਂ ਅੱਗੇ ਜਾ ਕੇ ਬੱਸ ਉਤਾਰ ਦੇਗਾ, ਚੱਲ ਭਾਈ ਮੇਰਾ ਕਿਰਾਇਆ ਪੂਰਾ ਹੋ ਗਿਆ, ਤੂੰ ਜਾਣ ਤੇ ਅਗਲਾ ਕੰਮ ਜਾਣੇ। ਉਹਨੇ ਸਾਨੂੰ ਬੱਸ ਰੋਕ ਕੇ ਉਤਾਰ ਦੇਣੇ। ਇਸੇ ਤਰ੍ਹਾਂ ਗਰਭ ਕਾਲ ਤੱਕ ਇਹਦੇ ਕੋ ਨਾਮ ਧਨ ਦੀ ਵੈਲਿਊ ਸੀ, ਕਿਤਨਾ ਕੁ ਕਾਲ ਮਿਲਣਾ ਸੀ, ਇਹਦੀ ਵੈਲਿਊ ਸੀ। ਅੱਗੇ ਖਾਲੀ ਹੱਥ ਸੀ,
ਤੇ ਚੇਤਨਾ ਮੁਫਤ ਤੇ ਕੁਛ ਨਹੀਂ ਮਿਲਦਾ, ਬ੍ਰਹਮੰਡੀ ਪਸਾਰੇ 'ਚ ਕੁਛ ਮੁਫਤ ਨਹੀਂ ਮਿਲਦਾ, ਨਾਮ ਜਪਣਾ ਪੈਂਦਾ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਇਹ ਗੱਲ ਚੇਤੇ ਰੱਖੋ, ਇਹ ਸੰਸਾਰ ਆ ਗਵਣ ਹੈ, ਆਉਣਾ ਤੇ ਜਾਣਾ, ਤੇ ਆਉਣ ਜਾਣ ਦੇ ਵਿੱਚ ਖਰਚਾ ਹੁੰਦਾ ਜੇ, ਆਉਣ ਜਾਣ ਦੇ ਵਿੱਚ ਧਨ ਹੀ ਕੰਮ ਆਉਂਦਾ ਜੇ, ਆਉਣ ਜਾਣ ਦੇ ਵਿੱਚ ਧਨ ਹੀ ਲੱਗਦਾ ਹੈ। ਇਹਦੇ ਸਦਕੇ ਹੀ ਸੁਖੈਨ ਆਈ ਜਾ ਤੇ ਜਾਈਦਾ ਹੈ। ਅਸੀਂ ਇੱਥੇ ਆਏ ਹਾਂ, ਹੁਣ ਆਪਣਾ ਜਾਣਾ ਬਾਕੀ ਹੈ। ਐਸਾ ਕੁਛ ਯਤਨ ਕਰੀਏ ਕਿ ਸਾਡਾ ਵਾਰ-ਵਾਰ ਆਉਣਾ ਜਾਣਾ ਮੁੱਕ ਜਾਏ। ਜਦੋਂ ਅਸੀਂ ਆਪਣੇ ਵਡੇਰਿਆਂ ਦੀ, ਆਪਣੇ ਸੰਗੀਆਂ ਸਾਥੀਆਂ ਦੀ, ਜਿਨ੍ਹਾਂ ਦੀ ਭਾਵੇਂ ਉਮਰਾਂ ਛੋਟੀਆਂ ਹੋਣ ਤੇ ਭਾਵੇਂ ਸਾਡੇ ਤੋਂ ਵੱਡੇ ਹੋਵਣ, ਜਦੋਂ ਇੱਥੋਂ ਚਲੇ ਜਾਂਦੇ ਨੇ, ਅਸੀਂ ਫਿਰ ਇਕੱਠੇ ਹੋ ਕੇ ਕੀ ਕਹਿੰਦੇ, ਇਹ ਸੱਚੇ ਪਾਤਸ਼ਾਹ ਇਹ ਜੈਸਾ ਵੀ ਸੀ, ਅਰਦਾਸ ਕਰਦੇ ਹਾਂ। ਸਾਡੇ ਸ਼ਬਦ ਬੜੇ ਸਪਸ਼ਟ ਹੁੰਦੇ ਨੇ, ਇਹ ਸੱਚੇ ਪਾਤਸ਼ਾਹ ਮਨੁੱਖੀ ਜੀਵਨ ਜੀਂਦਿਆਂ ਇਹਦੀਆਂ ਗਲਤੀਆਂ ਭੁੱਲਾਂ ਕੀਤੀਆਂ ਹੋਣਗੀਆਂ, ਖਿਮਾ ਕਰ ਦੇਣਾ, ਤੇ ਇਹਦਾ ਆਵਾਗਮਨ ਦਾ ਚੱਕਰ ਕੱਟ ਦੇਣਾ। ਇਹ ਤੁਸੀਂ ਕੱਟ ਸਕਦੇ ਹੋ, ਆਵਾਗਮਨ ਦਾ ਚੱਕਰ ਕੱਟ ਦਿਓ ਤੇ ਸਦਾ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ। ਇਹ ਗੱਲ ਸਮਝ ਆਏ, ਗੁਰੂ ਮੰਡਲ ਵਿੱਚ ਜੋ ਪ੍ਰਵੇਸ਼ ਕਰ ਗਿਆ ਉਹਦਾ ਆਉਣਾ ਹੁੰਦਾ ਹੈ, ਜਾਣਾ ਨਹੀਂ ਹੁੰਦਾ। ਅਸੀਂ ਆਏ ਹਾਂ, ਅਸੀਂ ਜਾਣਾ ਹੈ। ਅਸੀਂ ਐਸਾ ਕੁਝ ਕਰੀਏ ਕਿ ਆਏ ਤੇ ਹਾਂ ਪਰ ਜਾਣਾ ਕਿਤੇ ਨਹੀਂ। ਸਤਿਗੁਰ ਕੇ ਘਰ ਆ ਗਏ, ਹੁਣ ਜਾਈਏ ਨਾ, ਛੱਡ ਕੇ ਨਾ ਜਾਓ, ਤੇ ਸਤਿਗੁਰੂ ਕੱਢਦਾ ਨਹੀਂ। ਭਾਈ ਸਾਹਿਬ ਇੱਕ ਬੜੀ ਵਧੀਆ ਗੱਲ ਸਾਨੂੰ ਕਦੇ ਕਦੇ ਕਹਿੰਦੇ ਹੁੰਦੇ ਸੀ, ਆਹ ਸੰਸਾਰ ਦੇ ਮਾਤਾ ਪਿਤਾ ਦੇ ਘਰ ਜਨਮ ਲਿਆ ਨਾ, ਮਰਨਾ ਨਿਸ਼ਚਿਤ ਹੈ। ਆਹ ਸੰਸਾਰੀ ਮਾਤਾ ਪਿਤਾ ਨੇ ਜਨਮ ਦਿੱਤਾ, ਬੜੇ ਲਾਡ ਪਿਆਰ ਨਾਲ ਪਾਲਿਆ ਹੋਏਗਾ। ਜਿਤਨੇ ਕੋਈ ਕਿਸੇ ਮਾਤਾ ਪਿਤਾ ਕੋਲ ਸਮਰੱਥਾ ਹੁੰਦੀ, ਉਹ ਆਪਣੇ ਬੱਚੇ ਨੂੰ ਉਸੇ ਲਾਡ ਪਿਆਰ ਨਾਲ ਮਾਂ ਪਾਲਦੀ ਹੈ। ਪਰ ਚੇਤਾ ਰੱਖਣਾ, ਇਸ ਮਾਤਾ ਦੇ ਘਰ ਜਨਮ ਲਿਆ ਤੇ ਮਰ ਜਾਵਾਂਗੇ, ਨਿਸ਼ਚਿਤ ਹੈ। ਪਰ ਜੇ ਸਤ ਸੰਗਤ ਰੂਪੀ ਮਾਤਾ ਦੇ ਘਰ ਜਨਮ ਮਿਲ ਗਿਆ ਤੇ ਫਿਰ ਨਹੀਂ ਮਰਾਂਗੇ। ਇਸੇ ਕਰਕੇ ਸਿਆਣੇ ਕਹਿੰਦੇ ਨੇ, ਭਾਈ ਸੰਗਤ ਵਿੱਚ ਆਇਆ ਕਰੋ। ਇੱਥੇ ਬੜਾ ਪਿਆਰਾ ਬਚਨ ਹੈ ਆਪਣੇ ਪੜ੍ਹੇ, ਸਤਿਗੁਰ ਕੈ ਜਨਮੈ, ਸਤਿਗੁਰੂ ਦੇ ਘਰ ਜਨਮ ਹੋ ਗਿਆ, ਸਤ ਸੰਗਤ ਰੂਪੀ ਮਾਤਾ ਦੇ ਕੁੱਖੋਂ, ਤੇ ਫਿਰ ਗਵਨ ਮਿਟਾਇਆ। ਆਵਾ ਤੇ ਹੋਇਆ, ਆਏ ਆ ਨਾ, ਗਵਨ ਮਿਟਾਇਆ, ਜਾਣਾ ਨਹੀਂ ਕਿਤੇ ਆਪਾਂ। ਹੁਣ ਸਤਿਗੁਰ ਦਾ ਦਰ ਛੱਡ ਕੇ ਆਪਾਂ ਕਿਤੇ ਜਾਣਾ ਨਹੀਂ। ਇਸੇ ਕਰਕੇ ਅੱਗੇ ਜਾ ਕੇ ਸਾਨੂੰ ਜ਼ਿਕਰ ਵੀ ਮਿਲਦਾ ਹੈ ਕਿ ਇੱਕ ਵਾਰ ਟਿਕ ਕੇ ਬਹਿ ਗਏ ਹੋ, ਬੈਠੇ ਹੀ ਰਹੋ। ਜਿਵੇਂ ਆ ਸਤਿਗੁਰੂ ਨੇ ਕਹਿਣਾ, ਸਤਿਗੁਰ ਸਵਾਮੀ ਕੋ ਗ੍ਰਹਿ ਸਾ ਸਵਾਨ ਤਜ ਤਨੀ ਨਿਤ। ਮਹਾਰਾਜ ਨੇ ਹਾਲਾਂਕਿ ਜੀਵਨ ਖਿੱਧ ਹੈ, ਕੂਕਰ ਹੈ, ਪਰ ਉਹਦਾ ਉਦਾਹਰਣ ਦੇ ਕੇ ਕਹਿੰਦੇ ਨੇ, ਭਾਈ ਜਿਵੇਂ ਉਹ ਆਪਣੇ ਮਾਲਕ ਦੇ ਘਰ 'ਤੇ ਬੈਠਾ ਰਹਿੰਦਾ ਹੈ, ਇਸੇ ਤਰ੍ਹਾਂ ਸਤਿਗੁਰ ਦੇ ਦਰ 'ਤੇ ਆ ਗਏ ਹੋ, ਦਰ ਨਾ ਛੱਡ ਕੇ ਜਾਇਓ। ਦਰ ਛੱਡ ਦਿੱਤਾ ਤੇ ਫਿਰ ਭਟਕ ਜਾਓਗੇ। ਤੇ ਜਾਂ ਦਰ 'ਤੇ ਟਿਕੇ ਰਹੇ ਤੇ ਅੱਜ ਨਹੀਂ ਤੇ ਕੱਲ੍ਹ, ਕਦੇ ਨਾ ਕਦੇ ਤੇ ਦਰ ਖੋਲ੍ਹੇਗਾ ਨਾ, ਕਦੇ ਤੇ ਦਰ ਖੋਲ੍ਹ ਕੇ ਪੁੱਛੇਗਾ ਨਾ, ਹਾਂ ਵੀ ਕਿਵੇਂ ਆਇਆ। ਬਾਬਾ ਕਬੀਰ ਸਾਹਿਬ ਤੇ ਫਿਰ ਇੰਨੀ ਵੱਡੀ ਗੱਲ ਕਹਿੰਦੇ ਨੇ, ਦਰ 'ਤੇ ਆ ਗਏ ਹੋ ਨਾ, ਜਾਇਓ ਨਾ, ਬੈਠੇ ਬੈਠੇ ਬੇਸ਼ੱਕ ਮਰ ਜਾਓ, ਛੁੱਟ ਜਾ ਸਭ ਕੁਛ, ਕਦੇ ਤੇ ਦਰ ਖੋਲ੍ਹੇਗਾ। ਤੇ ਦਰ ਖੁੱਲ੍ਹੇਗਾ ਤੇ ਬਾਹਰ ਪਿਆ ਹੋਵਾਂਗਾ ਮਰਿਆ, ਆਪਣੇ ਸੇਵਕਾਂ ਨੂੰ ਪੁੱਛੇਗਾ ਨੇ ਕੌਣ ਪਿਆ, ਆਪੇ ਸੇਵਕ ਦੱਸਣਗੇ ਫਲਾਣਾ ਸੀਗਾ, ਤੇਰੇ ਦਰ 'ਤੇ ਆਇਆ, ਦਰ ਨਹੀਂ ਖੁੱਲ੍ਹਿਆ, ਬੈਠਾ ਬੈਠਾ ਮਰ ਗਿਆ। ਕਹਿਣ ਲੱਗੇ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ। ਮਤਾਂ ਹਰ ਕਿਤੇ ਪੁੱਛ ਲੈ ਕੌਣ ਹੈ, ਪਰ ਆ ਹਮਾਰੇ ਬਾਹਰ, ਆ ਸਾਡੇ ਬਾਹਰ 'ਤੇ ਕੌਣ ਪਿਆ ਭਾਈ। ਆਪੇ ਕੋਈ ਭਗਤ ਪਿਆਰਾ ਦੱਸ ਦੇਗਾ ਫਲਾਣਾ ਸੀਗਾ, ਤੈਨੂੰ ਮਿਲਣ ਆਇਆ ਸੀ, ਦਰ ਨਹੀਂ ਖੁੱਲ੍ਹਿਆ, ਇੱਥੇ ਹੀ ਰਹਿ ਗਿਆ। ਬਸ ਨਜ਼ਰ 'ਤੇ ਪੈ ਜਾਏਗੀ ਨਾ, ਉਹਦੀ ਨਿਗਾਹ 'ਤੇ ਪੈ ਜਾਏਗੀ। ਅੱਜ ਇਹ ਗੱਲ ਸਾਡੇ ਖਾਨੇ 'ਚ ਪੈ ਜਾਏ। ਮਾਤ ਗਰਭ 'ਚੋਂ ਮੁਕਤ ਹੋਏ ਹਾਂ, ਇਸ ਜੀਵਨ ਵਿੱਚ ਆਏ ਹਾਂ। ਹੇ ਸੱਚੇ ਪਾਤਸ਼ਾਹ, ਹੁਣ ਇਸ ਮਾਇਆ ਦੀ ਅਗਨੀ ਤੋਂ ਮੁਕਤ ਕਰ ਦਿਓ। ਤੁਸਾਂ ਕਿਰਪਾ ਕਰਕੇ ਗਰਭ ਕਾਲ ਤੋਂ ਮੁਕਤੀ ਕੀਤੀ ਹੈ, ਜਨਮ ਦਿੱਤਾ ਹੈ, ਜੀਵਨ ਦਿੱਤਾ ਹੈ। ਹੁਣ ਜੀਵਨ ਦੇ ਵਿੱਚ ਜੋ ਤੁਸੀਂ ਆਪ ਹੀ ਦੱਸਦੇ ਹੋ ਕਿ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਜਿਸ ਤਰ੍ਹਾਂ ਦੀ ਗਰਭ ਕਾਲ ਦੀ ਅਗਨੀ ਸੀ, ਤੁਸਾਂ ਬਚਾ ਲਿਆਏ, ਅਤੇ ਫਿਰ ਮਾਇਆ ਅਗਨੀ ਤੋਂ ਵੀ ਆਪ ਹੀ ਬਚਾ ਲਓ ਨਾ ਮਹਾਰਾਜ, ਮੇਰਾ ਤਾਂ ਬਸ ਚੱਲਦਾ ਕੋਈ ਨਹੀਂ, ਅਤੇ ਕਿਰਪਾ ਕਰੋ ਨਾ। ਫਿਰ ਮਹਾਰਾਜ ਕਹਿਣ ਲੱਗੇ, ਸਮਝੇ ਮਨਾ, ਹੁਣ ਤੂੰ ਸਮਝ, ਕਿਉਂਕਿ ਗਰਭ ਕਾਲ ਵਿੱਚ ਸਮਝ ਤੇ ਸੋਝੀ ਨਹੀਂ ਸੀ, ਹੁਣ ਸਮਝ ਤੇ ਸੋਝੀ ਹੈ, ਬਸ ਇੰਨਾ ਫਰਕ ਹੈ। ਉਦੋਂ ਬਾਕੀ ਸਭ ਕੁਝ ਕਰਤੇ ਦਾ ਦਿੱਤਾ ਖਾ ਰਹੇ ਸਨ, ਸਮਝ ਨਹੀਂ ਸੀ, ਸੋਝੀ ਨਹੀਂ ਸੀ, ਕਿਰਿਆਵਾਂ ਅਤੇ ਅੰਗਾਂ ਦੀ ਕੋਈ ਹਲਚਲ ਨਹੀਂ ਸੀ, ਆਪਣੀ ਆਜ਼ਾਦ ਪ੍ਰਕਿਰਿਆ ਨਹੀਂ ਸੀ। ਉਦੋਂ ਸਭ ਕੁਝ ਹੁਕਮੀ ਤਰੀਕੇ ਨਾਲ ਵਰਤ ਰਿਹਾ ਸੀ, ਪਰ ਹੁਣ ਕਰਤੇ ਨੇ ਖੁੱਲ੍ਹ ਦਿੱਤੀ ਹੈ, ਛੂਟ ਦਿੱਤੀ ਹੈ।
ਅੰਗਾਂ ਦੀ ਹਿਲਚਲ ਦਿੱਤੀ ਹੈ, ਅੰਗਾਂ ਦੀ ਪ੍ਰਕਿਰਿਆ ਦਿੱਤੀ ਹੈ, ਅਸੀਂ ਵਰਤ ਰਹੇ ਹਾਂ। ਤੇ ਜਾ ਕਰ ਇੱਕ ਗੱਲ ਸੱਚੀ ਚੇਤਾ ਰੱਖ ਲੈ, ਅੰਤ ਸੱਚ ਨਿਬੇੜਾ। ਜਦੋਂ ਤੇਰਾ ਨਿਬੇੜਾ ਹੋਣਾ ਨਾ, ਉਦੋਂ ਨਿਬੇੜਾ ਸੱਚ ਦੇ ਸਦਕੇ ਹੋਣਾ। ਤੇ ਜੇ ਤੇਰੇ ਪੱਲੇ ਸੱਚ ਹੋਏਗਾ ਤੇ ਤੇਰਾ ਨਿਬੇੜਾ ਵਧੀਆ ਹੋ ਜਾਏਗਾ, ਤੇ ਜੇ ਤੇਰੇ ਪੱਲੇ ਸੱਚ ਨਹੀਂ ਹੋਏਗਾ ਤੇ ਨਿਬੇੜਾ ਤੇ ਫਿਰ ਵੀ ਹੋਣਾ ਹੈ। ਯਾਦ ਰੱਖਣਾ, ਨਿਬੇੜਾ ਫਿਰ ਵੀ ਹੋਣਾ ਹੈ, ਪਰ ਫਿਰ ਦੁਬਾਰਾ ਤੈਨੂੰ ਵਾਪਸ ਸਿੱਟ ਦਿੱਤਾ ਜਾਏਗਾ। ਔਰ ਕਿਤਨੇ ਦੂਰ ਡਿੱਗੇਗਾ, ਕਿਤਨੇ ਜਨਮਾਂ ਵਾਸਤੇ ਫਿਰ ਦੂਰ ਚਲਾ ਜਾਏਗਾ, ਪਤਾ ਨਹੀਂ। ਅਭਿਆਸੀ ਮੰਨਦੇ ਨੇ ਕਿ ਜਦੋਂ ਇਹੋ ਜਿਹੀ ਅਵਸਥਾਵਾਂ ਬਣਦੀਆਂ ਨੇ, ਦਾ ਜ਼ਿਕਰ ਪੌੜੀਆਂ 'ਚ ਆਸਾ ਕੀ ਵਾਰਦਿਆਂ 'ਚ ਕੀ ਆ ਕੀਤਾ ਹੋਣਾ, ਪੜ੍ਹਿਆ ਹੋਣਾ ਆਪ ਜੀ ਨੇ। ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ ਬਹਿ। ਜੇ ਸਾਨੂੰ ਭਾਈ ਬਹਿ ਜਾ ਹਿਸਾਬ ਕਰ ਲਈਏ ਆਪਾਂ। ਆ ਕਦੇ ਕਦੇ ਵੱਡੇ ਸ਼ਾਹੂਕਾਰਾਂ ਕੋ, ਹੁਣ ਤੇ ਲੋਕ ਸ਼ਾਹੂਕਾਰੇ ਖਤਮ ਹੋਈ ਬੈਂਕਾਂ ਜਾਂਦੇ ਆ, ਇਹ ਪੁਰਾਣਾ ਦਰਸ਼ਨ ਹੈ। ਸ਼ਾਹੂਕਾਰਾਂ ਕੋ ਲੋਕਾਂ ਕੋ ਜਾਣਾ, ਤੇ ਜੇ ਨੇ ਕਾਹਲੇ ਪੈਣਾ ਤੈਨੂੰ ਕਹਿਣਾ ਬਹਿ ਜਾ ਭਾਈ ਬਹਿ ਜਾ, ਬਹਿ ਜਾ। ਵਹੀ ਪੋਥੀ ਖੋਲਦੇ ਆ, ਵਹੀਆਂ ਕੱਢਦੇ ਆ, ਤੇ ਤੇਰਾ ਹਿਸਾਬ ਕਰਦੇ ਆ। ਮਹਾਰਾਜ ਕਹਿਣ ਲੱਗੇ, ਅੱਗੇ ਕਰਨੀ ਕੀਰਤ ਵਾਚੀਏ ਬਹਿ, ਲੇਖਾ ਕਰ ਸਮਝਾਇਆ। ਜਿਵੇਂ ਉਹ ਸਾਰਾ ਸਾਲ ਪਰਦਾ ਜੋੜ ਘਟਾਓ ਕਰਕੇ ਦੱਸਦੇ ਸੀ, ਬਈ ਇੰਨਾ ਤੇਰਾ ਜਮ੍ਹਾਂ ਹੋਇਆ ਤੇ ਇੰਨਾ ਤੂੰ ਲੈ ਗਿਆ, ਕੁੱਲ ਮਿਲਾ ਕੇ ਆ ਬਾਕੀ ਹੈ, ਲੈਣ ਤੇ ਦੇਣ ਤੇਰਾ ਆ ਬਾਕੀ ਹੈ। ਬਹਿ ਲੇਖਾ ਕਰ ਸਮਝਾਇਆ। ਹੁਣ ਸਮਝਾ ਤੇ ਦਿੱਤਾ ਉਹਨਾਂ ਲੇਖਾ ਕਰਕੇ, ਪਰ ਇਹਦੇ ਤੇ ਪੱਲੇ ਕੁਛ ਨਹੀਂ ਸੀ। ਹੁਣ ਇਹ ਤੇ ਘਾਟੇ ਦੇ ਘਾਟਾ ਸਭ ਲੈਂਦਾ ਹੀ ਰਿਹਾ, ਲੈਂਦਾ ਹੀ ਰਿਹਾ। ਅਸੀਂ ਆ ਕੀ ਆ, ਆਖਾਂ ਮੰਗਾਂ ਦੇ ਦੇ, ਔਰ ਮੌਜੀ ਦਾਤਾ ਦੇਈ ਜਾਂਦਾ ਹੈ। ਉਹ ਕਦੇ ਨਹੀਂ ਵੇਖਦਾ ਤੁਹਾਡਾ ਕ੍ਰੈਡਿਟ ਡੈਬਿਟ ਕੀ ਹੈ, ਦਈ ਜਾਂਦਾ ਦਈ ਜਾਂਦਾ ਦਈ ਜਾਂਦਾ ਦਈ ਜਾਂਦਾ ਹੈ। ਪਰ ਅਖੀਰ 'ਤੇ ਆ ਕੇ ਕਹਿੰਦਾ, ਬੱਚੂ ਲੈ ਲੈ ਕੇ ਤੇ ਬੜਾ ਖਾਧਾ ਹੀ, ਕੁਝ ਜਮ੍ਹਾਂ ਵੀ ਕੀਤਾ ਹੀ, ਕੁਝ ਪੱਲੇ ਹੈ ਤੇਰੇ ਪਦਾਰਥ, ਤੇ ਜਿਵੇਂ ਤੂੰ ਮੰਗੇ ਤੈਨੂੰ ਦਿੱਤੇ। ਪਿਤਾ ਕਿਰਪਾਲ ਨੇ ਆ ਮਾਤਾ ਨੂੰ, ਜੋ ਸੰਸਾਰ ਵਿੱਚ ਹੈ ਇਹਨੂੰ ਨਹੀਂ, ਜੋ ਮਾਇਆਵੀ ਮਾਤਾ ਇਸ ਨੂੰ ਹੁਕਮ ਹੈ, ਪਿਤਾ ਕਿਰਪਾਲ ਆਗਿਆ ਇਹ ਦੀਨੀ, ਬਾਰਕ ਮੁਖ ਮੰਗੈ ਸੋ ਦੇਨਾ। ਜਿਹਨੂੰ ਆਪਾਂ ਕੁਦਰਤ ਜਿਹਨੂੰ ਕਹਿੰਦੇ, ਪ੍ਰਕਿਰਤੀ ਜਿਹਨੂੰ ਕਹਿੰਦੇ ਹਾਂ, ਜਿਹਦੀ ਗੋਦ ਵਿੱਚ ਆਪਾਂ ਸਾਰੇ ਖੇਡਦੇ ਹਾਂ, ਜਿਹਨੂੰ ਧਰਤ ਮਾਤਾ ਕਹਿੰਦੇ ਹਾਂ। ਜੋ ਮੰਗਦੇ ਹਾਂ, ਜੋ ਚਾਹੁੰਦੇ ਇੱਥੋਂ ਮਿਲਦਾ ਹੈ ਨਾ, ਕਰਤੇ ਦਾ ਹੁਕਮ ਹੈ ਤਾਂ ਹੀ ਮਿਲਦਾ। ਬਹੁਤ ਲੋਕ ਨੇ ਜਿਹੜੇ ਮੰਗ ਕੇ ਵੀ ਨਹੀਂ ਮਿਲਦਾ, ਜਿਨ੍ਹਾਂ ਨੂੰ ਮੰਗ ਕੇ ਵੀ ਰੋਟੀ ਨਹੀਂ ਪੂਰੀ ਹੁੰਦੀ। ਸਾਨੂੰ ਫਿਰ ਵੀ ਸਭ ਕੁਝ ਕਰਜਵਾ ਖਾਣ ਪੀਣ ਨੂੰ ਮਿਲਿਆ। ਪਿਤਾ ਕਿਰਪਾਲ ਆਗਿਆ ਇਹ ਦੀਨੀ, ਬਾਰਕ ਮੁਖ ਮੰਗੈ ਸੋ ਦੇਨਾ। ਹੁਣ ਬਾਰਕ ਕੀ ਚਾਹੇ ਕਿ ਪਦਾਰਥ। ਸਤਿਗੁਰੂ ਕਹਿਣ ਲੱਗੇ, ਨਾ ਬਾਲਕਾ ਤੂੰ ਸਾਵਧਾਨ ਹੋ, ਹੁਣ ਤੂੰ ਅਬੋਧ ਬਾਲਕ ਨਹੀਂ ਹੈ। ਨਾਨਕ ਬਾਰਕ ਦਰਸ਼ ਪ੍ਰਭ ਚਾਹੈ। ਸਤਿਗੁਰੂ ਕਹਿਣ ਲੱਗੇ, ਭਾਈ ਗੱਲ ਸੁਣ, ਬਾਲਕ ਨੂੰ ਦਰਸ਼ਨ ਚਾਹੀਦੇ ਨੇ, ਕਿਉਂਕਿ ਅੰਤ ਨਿਬੇੜਾ ਸੱਚ 'ਤੇ ਹੋਣਾ, ਤੇ ਸੱਚ ਚਾਹੀਦਾ ਹੈ। ਦਰਸ਼ਨ ਫਿਲਾਸਫੀ 'ਚ ਸਮਝਾਇਆ ਜਾਂਦਾ ਕਿ ਜਿਵੇਂ ਕਿਸੇ ਮਾਤਾ ਨੇ ਆਪਣੇ ਬੱਚੇ ਨੂੰ ਖਿਡਾਉਣ ਵਾਸਤੇ ਕਿਸੇ ਦਾਈ ਦਾ, ਖਿਡਾਵੀ ਦਾ ਪ੍ਰਬੰਧ ਕਰ ਦਿੱਤਾ ਹੋਵੇ, ਤੇ ਠੀਕ ਹੈ ਭਾਈ, ਮਾਤਾ ਨੇ ਇੰਤਜ਼ਾਮ ਕੀਤਾ ਹੈ। ਅਕਸਰ ਘਰਾਂ 'ਚ ਵੇਖੇ ਨਾ, ਅੱਜ ਕੱਲ੍ਹ ਕਈ ਸ਼ਬਦ ਅੰਗਰ ਬਣ ਗਏ ਨੇ, ਲੋਕਾਂ ਨੇ ਖਿਡਾਵੇ ਰੱਖੇ ਨੇ, ਸਦੀਆਂ ਤੋਂ ਆਇਆ ਹੈ। ਜਿਹੜੇ ਸਮਰੱਥ ਲੋਕ ਨੇ ਆਪਣੇ ਬੱਚੇ ਨੂੰ ਖਿਡਾਉਣ ਵਾਸਤੇ ਸੇਵਾਦਾਰਨ ਪ੍ਰਬੰਧ ਕਰਦੇ ਆਏ ਨੇ। ਸਾਡੇ ਘਰਾਂ ਵਿੱਚ ਵੀ ਪਾਤਸ਼ਾਹ ਜੀ ਨੂੰ ਖਿਡਾਉਣ ਵਾਸਤੇ ਬੜੇ ਸੇਵਕ ਹੋਣਗੇ। ਦਾਈ ਦਾਇਆ ਪੁਰਾਣਾ ਸ਼ਬਦ ਹੁੰਦਾ ਸੀ, ਖਿਡਾਵੇ ਸ਼ਬਦ ਚੱਲਦਾ ਰਿਹਾ। ਮਾਤਾ ਨੇ ਕਹਿ ਛੱਡਿਆ ਆਪਣੇ ਸੇਵਾਦਾਰ ਨੇ ਵੀ ਬੱਚੇ ਨੂੰ ਰੋਣ ਨਹੀਂ ਦੇਣਾ। ਅੱਜ ਵੀ ਕਿਹਾ ਹੋਣਾ, ਘਰਾਂ 'ਚ ਨੇ ਬੱਚਿਆਂ ਨੂੰ ਰੱਖੇ ਨੇ ਸੇਵਾਦਾਰਨੀਆਂ, ਹੁਕਮ ਹੁੰਦਾ ਭਾਈ ਦੇਖੋ ਰੋਣ ਨਾ ਦਿਓ, ਰੋਣਾ ਨਹੀਂ ਚਾਹੀਦਾ। ਹੁਣ ਰੋਣ ਨਾ ਦੇਣ ਦੇ ਚੱਕਰ ਵਿੱਚ ਬੱਚਾ ਜੋ ਮੰਗਦਾ ਹੈ, ਗਲਤ ਸਲਤ ਪੁੱਠਾ ਸਤਾ ਉਹ ਦੇਈ ਜਾਂਦਾ। ਕੀ ਜਾਂਦਾ ਹੈ ਉਹਨੂੰ, ਤੇ ਆਦੇਸ਼ ਸੀ ਰੋਵੇ ਨਾ। ਉਹਨੂੰ ਆਦਤਾਂ ਵਿਗੜਦੀਆਂ, ਉਹਨੂੰ ਕੋਈ ਮਤਲਬ ਨਹੀਂ। ਇਹਦੀ ਸਿਹਤ ਵਿਗੜਦੀ, ਉਹਨੂੰ ਕੋਈ ਮਤਲਬ ਨਹੀਂ। ਉਹਨੂੰ ਇੱਕ ਲਾਈਨ ਪਤਾ ਲੱਗਾ ਵੀ ਇਹਨੂੰ ਰੋਣ ਨਹੀਂ ਦੇਣਾ, ਠੀਕ ਹੈ, ਰੋਈ ਜਾਂਦਾ, ਕਿ ਦੇਈ ਜਾਂਦੀ ਆ, ਸਾਜੋ ਸਮਾਨ ਦੇਈ ਜਾਂਦੀ, ਰੋਣਾ ਬੰਦ। ਤੇ ਪਤਾ ਲੱਗਾ ਸਿਹਤ ਕਰਕੇ ਵੀ ਬਿਮਾਰ ਹੋ ਗਿਆ, ਆਦਤਾਂ ਕਰਕੇ ਵਿਗੜ ਗਿਆ। ਕੁਝ ਸਮੇਂ ਬਾਅਦ ਜਦੋਂ ਮਾਤਾ ਤੱਕ ਪਹੁੰਚ ਬਣ ਲੱਗਦੀ ਹੈ, ਮਾਤਾ ਨੂੰ ਪਛਾਣਦਾ ਤੱਕ ਨਹੀਂ। ਫਿਰ ਮਾਤਾ ਸੋਚਦੀ ਮੇਰਾ ਪੁੱਤਰ ਹੈ, ਮੈਨੂੰ ਪਛਾਣਦਾ ਹੀ ਨਹੀਂ। ਮਾਤਾ ਨੇ ਤੇ ਸੇਵਾਦਾਰ ਨੇ ਲਾਤੀ, ਸੇਵਾਦਾਰ ਨੇ ਐਸਾ ਚਾਟੇ ਲਾਇਆ ਕਿ ਹੁਣ ਸੇਵਾਦਾਰ ਨੂੰ ਮਾਂ ਕਹਿੰਦਾ ਹੈ, ਮਾਂ ਨੂੰ ਤੇ ਭੁੱਲ ਗਿਆ। ਸਾਡੀ ਬਹੁਤ ਇੰਝ ਹਾਲਾਤ ਇਹੀ ਹੈ। ਉਸ ਕਰਤਾ ਪੁਰਖ ਮਾਤਾ ਪਿਤਾ ਨੇ ਸਾਨੂੰ ਮਾਇਆ ਦੇ ਚੱਕਰ 'ਚ ਪਾ ਦਿੱਤਾ। ਮਾਇਆ ਦਾ ਹੁਕਮ ਸੀ ਦੋ ਮੰਗੇ ਦੇਈ ਜਾ, ਪਰ ਫਿਰ ਸਾਨੂੰ ਕੀ ਕਰਨਾ ਚਾਹੀਦਾ?
ਅਸੀਂ ਪਦਾਰਥ ਖਾਈਏ ਹੰਡਾਈਏ, ਪਰ ਚੇਤਾ ਰੱਖੀਏ ਇਹ ਸਾਡੀ ਮਾਤਾ ਦੀ ਸੇਵਾਦਾਰਨੀ ਹੈ, ਇਹ ਸਾਡੀ ਮਾਤਾ ਦੀ ਨੌਕਰਾਣੀ ਹੈ। ਤੇ ਭਾਈ ਨੂੰ ਕਹਿ ਦਈਏ ਨਹੀਂ ਭਾਈ ਮੈਨੂੰ ਮਾਂ ਤੱਕ ਪਹੁੰਚਾ ਦੇ, ਖਾਣ ਪੀਣ ਨੂੰ ਦੇ ਦਿੱਤਾ ਭਲਾ ਹੀ, ਪਰ ਮਾਂ ਤੱਕ ਪਹੁੰਚਾ ਦੇ। ਨਾਨਕ ਬਾਰਕ ਦਰਸ਼ ਪ੍ਰਭ ਚਾਹੇ, ਮਹਾਰਾਜ ਕਹਿਣ ਲੱਗੇ ਇਹ ਪੁਰਖੋ ਉਸ ਬਾਲਕ ਵਾਂਗ ਮੰਗਿਆ ਕਰੋ, ਮੈਨੂੰ ਮਾਂ ਚਾਹੀਦੀ ਹੈ। ਪਦਾਰਥ ਤੇ ਮਿਲ ਗਏ ਲੇਕਿਨ ਮੈਨੂੰ ਮਾਂ ਵੀ ਮਿਲਾ ਦਿਓ ਨਾ। ਪਰ ਮਾਇਆ ਮਾਂ ਨੂੰ ਨਹੀਂ ਮਿਲਣ ਦੇਵੇਗੀ, ਕਿਉਂਕਿ ਉਹਦਾ ਰੋਜ਼ ਖਤਮ ਹੋ ਜਾਏਗਾ। ਅੰਤ ਜਦੋਂ ਸਾਡਾ ਹੋਣਾ ਸੱਚ ਤੇ ਨਿਬੇੜਾ ਹੋਣਾ ਹੈ, ਸੱਚ ਕਮਾ ਲਈਏ। ਮਹਾਰਾਜ ਕਹਿਣ ਲੱਗੇ ਆਵਾ ਗੁਣ ਸੰਸਾਰ ਹੈ, ਅੰਤ ਸੱਚ ਨਿਬੇੜਾ ਰਾਮ। ਫਿਰ ਕੀ ਕਰੀਏ? ਕਹਿਣ ਲੱਗੇ ਸੱਚ ਇਕੱਠਾ ਕਰੋ। ਜੇ ਸੱਚ ਇਕੱਠਾ ਕਰੋਗੇ ਤਾਂ ਬਖਸ਼ੇਗਾ, ਨਹੀਂ ਤੇ ਆਪੇ ਸੱਚਾ ਬਖਸ਼ ਲਾਏ। ਇੱਕ ਬੇਨਤੀ ਕਰਾਂ, ਕਈ ਵਾਰ ਅਸੀਂ ਇਹੋ ਜਿਹੀਆਂ ਤੁਕਾਂ ਜਿੱਥੇ ਆਪੇ ਸੱਚਾ ਬਖਸ਼ ਲਾਏ, ਇਹਨਾਂ ਤੁਕਾਂ ਨੂੰ ਪੜ੍ਹ ਕੇ ਇਹਨਾਂ ਦਾ ਅਰਥ ਆਪਣੇ ਮੁਤਾਬਕ ਕਰ ਲੈਂਦੇ ਹਾਂ। ਦੇਖੋ ਜੀ ਸਾਨੂੰ ਕਈ ਕਰਨ ਦੀ ਲੋੜ ਪਈ ਹੈ, ਆਪੇ ਬਖਸ਼ ਲਏਗਾ, ਅਤੇ ਫਿਰ ਅਸੀਂ ਤਾਂ ਕੁਝ ਨਹੀਂ ਕਰਦੇ ਨਾ, ਅਸੀਂ ਖਾਈ ਪੀ ਜਾਣੇ, ਹੰਡਾਈ ਜਾਣੇ, ਅਸੀਂ ਆਪਣੇ ਢੰਗ ਨਾਲ ਜੀਵੀ ਜਾਣੇ ਹਾਂ। ਕਹਿੰਦੇ ਲਿਖੋ ਜੀ ਆਪੇ ਬਖਸ਼ ਲਏਗਾ, ਉਹਨੇ ਲਿਖ ਕੇ ਦਿੱਤਾ ਆਪੇ ਬਖਸ਼ ਲਏਗਾ। ਅਤੇ ਅਸੀਂ ਫਿਰ ਉਹ ਸਾਰੇ ਕਰਮ ਕਰ ਲੈਂਦੇ ਹਾਂ ਜਿਹੜੇ ਕਰਮ ਕਰਨ ਤੋਂ ਉਹ ਮਨ੍ਹਾ ਕਰ ਰਹੇ ਹੁੰਦੇ ਨੇ। ਅਤੇ ਜਦੋਂ ਇਹੋ ਜਿਹੇ ਕਰਮ ਕਰ ਕਰਕੇ ਫਿਰ ਉੱਥੇ ਜਾਂਦੇ ਹਾਂ, ਫਿਰ ਉਹ ਬਖਸ਼ਦਾ ਨਹੀਂ ਹੈ, ਬਲਕਿ ਸਜ਼ਾ ਦੇ ਦਿੰਦਾ, ਭਈ ਤੈਨੂੰ ਤਾਂ ਇੱਦਾਂ ਨਹੀਂ ਸੀ ਕਿਹਾ, ਜਿਹਨੂੰ ਸਿੱਖੇ ਨੇ ਆ। ਫਿਰ ਬਹਿ ਲੇਖਾ ਕਰ ਸਮਝਾਇਆ, ਥਾਉ ਨ ਪੈਂਦੀ ਕੂੜਿਆਰ, ਪੜ੍ਹਿਆ ਨਾ ਮੂੰਹ ਕਾਲੇ ਦੋਜਕ ਚਾਲਿਆ। ਫਿਰ ਉੱਥੇ ਥਾਂ ਨਹੀਂ ਮਿਲਦਾ, ਕਿਉਂਕਿ ਉਹਨੇ ਤਾਂ ਕਿਹਾ ਸੀ ਖਾਣ ਪੀਣ ਹੰਡਾਉਣ ਦੇ ਖੁੱਲ੍ਹ, ਅਤੇ ਖੁੱਲ੍ਹ ਦਾ ਮਤਲਬ ਬਾਉਂਡਰੀਆਂ ਤੋੜਨਾ ਨਹੀਂ ਹੁੰਦਾ। ਅੱਜ ਦਾ ਸਮਾਜ ਖੁੱਲ੍ਹਾਂ 'ਤੇ ਲੈ ਰਿਹਾ ਹੈ, ਪਰ ਖੁੱਲ੍ਹਾਂ ਦਾ ਮਤਲਬ ਪਾਬੰਦੀਆਂ ਹੁੰਦਾ ਹੈ। ਅਸੀਂ ਖੁੱਲ੍ਹ ਦਾ ਅਰਥ ਗਲਤ ਕਰ ਬੈਠੇ ਹਾਂ। ਖੁੱਲ੍ਹ ਦਾ ਮਤਲਬ ਹੁੰਦਾ ਕਿਸੇ ਸੀਮਾ ਦੇ 'ਚ ਪਾਬੰਦੀਆਂ 'ਚ ਰਹਿਣਾ। ਇਹ ਨਹੀਂ ਕਿ ਸਾਰੀਆਂ ਸੀਮਾਵਾਂ 'ਤੇ ਪਾਬੰਦੀਆਂ ਤੋੜ ਦਿੱਤੀਆਂ ਜਾਣ। ਜੇ ਸੀਮਾਵਾਂ 'ਤੇ ਪਾਬੰਦੀਆਂ ਤੋੜ ਦਿੱਤੀਆਂ ਜਾਣ ਤਾਂ ਫਿਰ ਖੁੱਲ੍ਹ ਨਹੀਂ ਬਣਦੀ, ਇਹ ਖਲਾਰਾ ਪੈ ਜਾਂਦਾ, ਫਿਰ ਤਾਂ ਜੀਵਨ ਖਿਲਰ ਜਾਂਦਾ ਹੈ। ਸਿਆਣੇ ਮੰਨਦੇ ਨੇ ਜੰਗਲ ਦੇ ਵਿੱਚ ਖੁੱਲ੍ਹ ਹੁੰਦੀ ਹੈ ਅਤੇ ਕੋਈ ਸੈਰ ਕਰਨ 'ਤੇ ਨਹੀਂ ਜਾਂਦਾ ਨਾ, ਕਿਉਂਕਿ ਮੌਤ ਵਰਤਣ ਲੱਗ ਪੈਂਦੀ ਉੱਥੇ। ਬੂਟੇ ਤਾਂ ਉਹੀ ਨੇ ਹਰੇ ਭਰੇ, ਫੁੱਲ ਵੀ ਕਿੱਥੇ ਖਿੜਦੇ ਹੋਣਗੇ, ਉੱਥੇ ਫਲ ਵੀ ਲੱਗਦੇ ਹੋਣਗੇ, ਪਰ ਕੋਈ ਜੀ ਛੇਤੀ ਕੀਤਿਆਂ ਆਪ ਅਤੇ ਆਪਣੇ ਬੱਚਿਆਂ ਨੂੰ ਲੈ ਕੇ ਜੰਗਲ 'ਚ ਨਹੀਂ ਜਾਂਦਾ ਵੀ ਚਲੋ ਸੈਰ ਕਰਕੇ। ਉਹਨੇ ਬਾਗ ਵਿੱਚ ਜਾਂਦਾ ਹੈ। ਪਤਾ ਕਿਉਂ? ਬਾਗ ਵਿੱਚ ਤਰਤੀਬ ਹੁੰਦੀ ਹੈ, ਬਾਗ ਵਿੱਚ ਖੁੱਲ੍ਹ ਦੇ ਨਾਲ ਨਾਲ ਪਾਬੰਦੀ ਹੁੰਦੀ ਹੈ, ਬਾਗ ਦੀ ਵਾੜ ਹੁੰਦੀ ਹੈ, ਅਤੇ ਬਾਗ ਦਾ ਕੋਈ ਮਾਲੀ ਹੁੰਦਾ। ਜਿੱਥੇ ਇਹ ਤਿੰਨ ਚਾਰ ਚੀਜ਼ਾਂ ਹੁੰਦੀਆਂ ਨੇ ਉੱਥੇ ਬੈਠੇ ਹੋਏ ਜੀਆਂ ਵਾਸਤੇ ਸਕੂਨ ਹੁੰਦਾ। ਬਾਗ ਦੀ ਵਾੜ ਮਜ਼ਬੂਤ ਹੈ, ਬਾਗ ਦਾ ਵਾਲੀ ਚੇਤਨ ਹੈ, ਜਿਉਂ ਅਸੀਂ ਮਾਲੀ ਕਹਿੰਦੇ ਹੋ ਚੇਤਨ ਬੈਠਾ ਹੈ, ਉੱਥੇ ਤਰਤੀਬ ਹੈ, ਰੁੱਖ ਲਾਈਨਾਂ 'ਚ ਲੱਗੇ ਨੇ ਅਤੇ ਉਹਦੇ ਵਿੱਚ ਸਕੂਨ ਹੈ। ਤੁਸੀਂ ਸਕੂਨ ਨਾਲ ਜਾਂਦੇ ਹੋ, ਸੈਰ ਕਰਦੇ ਹੋ, ਫੁੱਲ ਵੀ ਪ੍ਰਾਪਤ ਕਰਦੇ ਹੋ, ਫਲ ਵੀ ਪ੍ਰਾਪਤ ਕਰਦੇ ਹੋ। ਪਰ ਉਹੀ ਬੂਟੇ ਜੰਗਲ ਨੇ, ਕੋਈ ਤਰਤੀਬ ਨਹੀਂ, ਕੋਈ ਮਾਲੀ ਨਹੀਂ, ਕੋਈ ਬਾਉਂਡਰੀ ਨਹੀਂ, ਉੱਥੇ ਡਰ ਲੱਗਦਾ, ਉੱਥੇ ਮੌਤ ਵਰਤਣ ਲੱਗ ਪੈਂਦੀ। ਜਿਸ ਜੀਵਨ ਵਿੱਚੋਂ ਤਰਤੀਬ ਮਿਟ ਜਾਂਦੀ ਹੈ, ਅੱਜ ਜਿਵੇਂ ਲਾਈਨਾਂ 'ਚ ਬੂਟੇ ਲੱਗੇ, ਸਿਸਟਮ ਮੁੱਕ ਜਾਂਦਾ ਹੈ, ਜਿਹਦੇ ਤੋਂ ਕਿਸੇ ਮੱਲ ਦਾ ਕੁੰਡਾ ਮੁੱਕ ਜਾਂਦਾ ਹੈ, ਅਤੇ ਜਿਸ ਦੀ ਬਾਉਂਡਰੀ ਟੁੱਟ ਜਾਂਦੀ ਹੈ, ਉਹ ਜੀਵਨ ਜੰਗਲ ਬਣ ਜਾਂਦਾ ਹੈ, ਅਤੇ ਜੀਵਨ ਮੌਤ ਵੰਡਣ ਲੱਗ ਪੈਂਦਾ, ਮਰਤੂ ਦਾ ਕਾਰਨ ਬਣ ਜਾਂਦਾ ਹੈ। ਉਹਦੇ ਨੇੜੇ ਫਿਰ ਕੋਈ ਨਹੀਂ ਹੁੰਦਾ। ਅਸ਼ਰੰਖਲਕ ਸ਼ਬਦ ਹਿੰਦੀ ਦਾ ਉਦੰਡ, ਪੰਜਾਬ ਵਿੱਚ ਉਜੱਡ, ਇਹਨੂੰ ਕਿਤੇ ਥਾਂ ਮਿਲਦਾ। ਸਾਡੇ ਪਰਿਵਾਰ 'ਚ ਅਗਰ ਕੋਈ ਬੱਚਾ ਉਜੱਡ ਹੋ ਜਾਏ ਤਾਂ ਮਾਪੇ ਵੀ ਚੰਗਾ ਨਹੀਂ ਸਮਝਦੇ। ਇਸ ਕਰਕੇ ਆਪੇ ਸੱਚਾ ਬਖਸ਼ ਲੈ ਦਾ ਗਲਤ ਅਰਥ ਮਤ ਕਰੀਏ ਕਿ ਆਪੇ ਜੋ ਮਰਜ਼ੀ, ਨਹੀਂ, ਅਸੀਂ ਸਿਸਟਮ ਚਾਹੀ, ਸਾਨੂੰ ਹੁਕਮ ਹੈ, ਅਤੇ ਹੁਕਮ ਦਾ ਮਤਲਬ ਪਾਬੰਦੀਆਂ ਨੇ। ਹੁਕਮ ਦਾ ਮਤਲਬ ਹੁੰਦਾ ਪਾਬੰਦੀਆਂ। ਸਾਡੇ 'ਤੇ ਜੀਵਨ ਦੀਆਂ ਕੁਝ ਪਾਬੰਦੀਆਂ ਨੇ, ਸਾਡੇ 'ਤੇ ਖਾਣ ਦੀਆਂ ਪਾਬੰਦੀਆਂ ਹੋਣਗੀਆਂ, ਸਾਡੇ 'ਤੇ ਰਹਿਣ ਦੀਆਂ ਪਾਬੰਦੀਆਂ ਹੋਣਗੀਆਂ, ਬਹੁਤ ਸਾਰੀਆਂ ਪਾਬੰਦੀਆਂ ਹੋਣਗੀਆਂ ਜੋ ਅਲੱਗ-ਅਲੱਗ ਮੰਡਲਾਂ 'ਤੇ, ਅਲੱਗ-ਅਲੱਗ ਪੱਧਰਾਂ 'ਤੇ ਅਲੱਗ-ਅਲੱਗ ਰੂਪ ਵਿਆਖਿਆਤ ਕੀਤੀਆਂ ਜਾਂਦੀਆਂ ਹੋਣਗੀਆਂ। ਮਤਲਬ ਹੈ ਹੁਕਮ, ਮਤਲਬ ਪਾਬੰਦੀਆਂ। ਸੱਚੇ ਦਾ ਹੁਕਮ ਹੈ ਅਤੇ ਸੱਚੇ ਦੀਆਂ ਪਾਬੰਦੀਆਂ ਨੇ। ਅਸੀਂ ਉਹਨਾਂ ਪਾਬੰਦੀਆਂ 'ਚ ਰਹਿਣਾ ਹੈ। ਪਾਬੰਦੀਆਂ ਵਿੱਚ ਰਹਾਂਗੇ ਅਤੇ ਸ਼ਵ ਸਾਗਰ ਤੱਕ ਪਹੁੰਚ ਜਾਵਾਂਗੇ। ਜਿਵੇਂ ਇਹੀ ਪਾਣੀ ਕਿਨਾਰੇ ਤੋੜ ਦਿੰਦਾ ਹੈ ਅਤੇ ਹੜ੍ਹ ਬਣਦਾ ਹੈ, ਮੌਤ ਦਾ ਕਾਰਨ ਬਣਦਾ ਹੈ, ਅਤੇ ਜੇ ਦਰਿਆਵਾਂ ਦੇ ਕਿਨਾਰਿਆਂ 'ਚ ਰਹੇ ਅਤੇ ਸ਼ਵ ਸਾਗਰ ਤੱਕ ਪਹੁੰਚ ਜਾਂਦਾ ਹੈ। ਪਾਬੰਦੀਆਂ ਨੇ ਨਾ, ਹੁਕਮ ਨੇ। ਸੱਚਾ ਬਖਸ਼ਦਾ ਹੈ, ਲੇਕਿਨ ਜੋ ਹੁਕਮ ਦੇ ਵਿੱਚ ਚੱਲਦੇ ਨੇ ਉਹਨਾਂ ਨੂੰ। ਹੁਕਮ ਦੇ ਵਿੱਚ ਰਹਿੰਦਿਆਂ ਕਿਤੇ ਗਾਹੇ ਬਗਾਹੇ ਭੁੱਲ ਹੋ ਗਈ,
ਜਾਣ ਬੁੱਝ ਕੇ ਨਾ ਦਿਲ ਦੁਖਾਏ ਕਿਸੇ ਦਾ, ਨਾ ਜਾਣ ਬੁੱਝ ਕੇ ਕਿਸੇ ਬੇਪੱਤੀ ਕਰੇ, ਨਾ ਜਾਣ ਬੁੱਝ ਕੇ ਕਿਸੇ ਦਾ ਨੁਕਸਾਨ ਕਰੇ। ਗਾਹੇ ਬਗਾਹੇ ਵਿਚਰਦਿਆਂ ਭੁੱਲ ਗਲਤੀ ਹੁੰਦੀ ਹੈ, ਸਭ ਤੋਂ ਹੋ ਸਕਦੀ ਹੈ। ਇਸੇ ਕਰਕੇ ਕਹਿੰਦੇ ਨੇ ਉਹ ਆ ਭੁੱਲ ਹੈ, ਫਿਰ ਆਪੇ ਸੱਚਾ ਬਖਸ਼ ਲੈ, ਕਿਉਂਕਿ ਉਹ ਦੇਖਦਾ ਹੈ। ਆਪੇ ਸੱਚਾ ਬਖਸ਼ ਲਏ, ਫਿਰ ਹੋਏ ਨਾ ਫੇਰਾ ਰਾਵ। ਜਦੋਂ ਬਖਸ਼ ਲੈਂਦਾ ਹੈ ਫਿਰ ਫੇਰਾ ਨਹੀਂ ਜਿਉਂਦਾ। ਇਸ ਕਰਕੇ ਸਾਡਾ ਆ ਜੋ ਧਰਮ ਕਰਮ ਹੈ, ਜਿਹਨੂੰ ਪੂਜਾ ਪਾਠ ਜਾਪ ਤਾਪ ਨਿਤਨੇਮ ਜੋ ਸ਼ਬਦ ਵੀ ਵਰਤੇ ਜਾਂਦੇ ਹੋਣ, ਦਾ ਮਤਲਬ ਹੈ ਕਿ ਅਸੀਂ ਕੁਝ ਐਸਾ ਕਰੀਏ ਜਿਹਦੇ ਸਦਕੇ ਸਾਡਾ ਸਾਹਿਬ ਸਾਨੂੰ ਬਖਸ਼ ਲਏ। ਇਸ 21 ਸਿੰਗਲ ਲਾਈਨ ਮਤਲਬ ਅਸੀਂ ਕੱਢਦੇ ਹਾਂ, ਕੁਛ ਐਸਾ ਕਰੀਏ, ਭਾਵੇਂ ਪੂਜਾ ਕਰੋ, ਪਾਠ ਕਰੋ, ਜਾਪ ਕਰੋ, ਸਿਮਰਨ ਕਰੋ, ਭਜਨ ਕਰੋ, ਨਿਤਨੇਮ ਕਰੋ, ਧਿਆਨ ਲਗਾਓ, ਪਰ ਸੱਚ ਕਰਕੇ ਲਗਾਓ। ਜੋ ਕੁਝ ਵੀ ਕਰਦੇ ਹੋ ਸੱਚ 'ਤੇ ਆਸ਼ਰਿਤ ਕਰੋ। ਵਪਾਰ ਕਰਦੇ ਹੋ, ਖੇਤੀ ਕਰਦੇ ਹੋ, ਨੌਕਰੀ ਚਾਕਰੀ ਜੋ ਕੁਝ ਵੀ ਕਰਦੇ ਹੋ ਉਹ 'ਚੋਂ ਸੱਚ ਕਮਾ ਕੇ ਲਿਆਉਣਾ। ਅਸੀਂ ਘਰ ਨੂੰ ਪੈਸੇ ਕਮਾ ਕੇ ਲੈ ਕੇ ਆਉਂਦੇ ਹਾਂ, ਪਰ ਕਦੇ ਸੋਚਿਆ ਜੀ ਸੱਚ ਵੀ ਕਮਾ ਕੇ ਲੈ ਜਾਈਏ। ਬਹੁਤ ਥਾਵਾਂ 'ਤੇ ਅਸੀਂ ਦੇਖਿਆ ਹੈ, ਲੋਕ ਧਨ ਕਮਾ ਕੇ ਲਿਆ ਰਹੇ ਨੇ, ਪਰ ਉਸ ਧਨ ਦੀ ਕਮਾਈ ਵਿੱਚ ਸੱਚ ਨਹੀਂ ਹੁੰਦਾ। ਅਤੇ ਜਿਸ ਕਮਾਈ ਵਿੱਚ ਸੱਚ ਨਹੀਂ ਹੋਏਗਾ ਉਹਦਾ ਅਸਰ ਵੀ ਫਿਰ ਜੈਸਾ ਕਮਾਈ ਹੋਵੇਗਾ ਵੈਸਾ ਹੋਵੇਗਾ। ਇਸੇ ਕਰਕੇ ਫਿਲਾਸਫੀ 'ਚ ਇੱਕ ਸ਼ਬਦ ਹੈ, ਜੈਸਾ ਅੰਨ ਵੈਸਾ ਮਨ। ਅਤੇ ਅੰਨ ਕਿੱਥੋਂ ਆਉਂਦਾ ਹੈ? ਜੈਸਾ ਧਨ ਵੈਸਾ ਅੰਨ। ਜਿਹੋ ਜਿਹੀ ਸਾਡੇ ਧਨ ਦੀ ਕਮਾਈ ਹੈ, ਜਿਹੋ ਜਿਹਾ ਧਨ ਕਮਾਇਆ ਉਸ ਧਨ ਤੋਂ ਹੀ ਆਪਾਂ ਅੰਨ ਖਰੀਦ ਕੇ ਲੈ ਕੇ ਆਉਣਾ ਨਾ, ਅਤੇ ਉਸ ਅੰਨ ਤੋਂ ਅਸੀਂ ਭੋਜਨ ਛਕਣਾ, ਉਹਨਾਂ ਸਾਡਾ ਮਨ ਬਣਨਾ। ਅਤੇ ਭਾਈ ਜੈਸਾ ਧਨ ਹੈ ਵੈਸਾ ਅੰਨ ਹੈ, ਜੈਸਾ ਅੰਨ ਹੈ ਵੈਸਾ ਮਨ ਹੈ। ਇਸ ਕਰਕੇ ਆਪਣੇ ਧਨ ਨੂੰ ਸੱਚਾ ਸੁੱਚਾ ਰੱਖੀਏ ਅਤੇ ਧਨ ਕਮਾਇਆ ਜਾਂਦਾ। ਸੱਚੀ ਸੁੱਚੀ ਕਮਾਈ ਕਰਾਂਗੇ ਅਤੇ ਬਾਲਕ ਸੱਚੇ ਸੁੱਚੇ ਹੋਣਗੇ। ਅਤੇ ਜੇ ਕਮਾਈ ਸਾਡੀ ਗਲਤ ਹੋਈ ਅਤੇ ਬਾਲਕ ਵੇਖਣ ਨੂੰ ਰਿਸ਼ਟ ਪੁਸ਼ਟ 'ਤੇ ਹੋਣਗੇ, ਪਰ ਸੱਚੇ ਸੁੱਚੇ ਨਹੀਂ ਹੋਣਗੇ। ਫਿਰ ਸਾਡੀ ਹੀ ਨਹੀਂ ਮੰਨਣਗੇ, ਕਿਉਂਕਿ ਅਸੀਂ ਆਪਣੇ ਦੀ ਨਹੀਂ ਮੰਨੀ, ਉਹ ਸਾਡੀ ਨਹੀਂ ਮੰਨਣਗੇ। ਅੱਜ ਅਧੋਗਤੀ ਕੀ ਹੈ? ਅੱਜ ਤਕਰੀਬਨ ਮਾਪੇ ਕਹਿੰਦੇ ਨੇ ਕੀ ਕਰੀਏ ਜੀ, ਸਾਡੇ ਬੱਚੇ ਸਾਡੀ ਮੰਨਦੇ ਨਹੀਂ। ਪਰ ਕਦੇ ਮਾਪਿਆਂ ਨੂੰ ਬੇਨਤੀ ਹੈ ਕਿ ਕਦੇ ਆਪਣੇ ਸ਼ੀਸ਼ੇ ਅੱਗੇ ਖਲੋ ਕੇ ਦੇਖਣਾ ਕਿ ਤੁਸਾਂ ਕਦੇ ਆਪਣੇ ਗੁਰੂ ਮਾਪੇ ਦੀ ਮੰਨੀ, ਕਿ ਖੁਦਾ ਦੇ ਸੱਚ ਹੁਕਮ ਨੂੰ ਕਦੇ ਮੰਨਿਆ ਜੇ? ਜਿਤਨਾ ਕੁ ਤੁਸਾਂ ਮੰਨਿਆ ਜੇ ਉਹਨਾਂ ਕੁ ਤੁਹਾਡੀ ਗਾਂ ਲੋਕ ਮੰਨ ਲੈਣਗੇ। ਜੇ ਤੁਸਾਂ ਨਹੀਂ ਮੰਨਿਆ ਤਾਂ ਚੇਤਨਾ ਤੁਹਾਡੀ ਵੀ ਕੋਈ ਨਹੀਂ ਮੰਨੇਗਾ। ਜੇ ਤੁਸੀਂ ਮੰਨਦੇ ਹੋ ਤਾਂ ਤੁਹਾਡੀ ਕੋਈ ਮੰਨੇਗਾ। ਅਤੇ ਕੁਦਰਤ ਦਾ ਅਟਲ ਨਹੀਂ ਹੈ, ਮੈਂ ਦਿੱਤਾ ਲਈਏ ਆਪਣਾ, ਜੋ ਅਸੀਂ ਦੇ ਰਹੇ ਹਾਂ ਉਹ ਮਿਲੇਗਾ। ਕਰਤੇ ਦੇ ਅੱਗੇ ਇੱਥੇ ਪਹੁੰਚ ਜਾਈਏ ਸੱਚੇ ਪਾਤਸ਼ਾਹ ਮੈਂ ਇੱਦਾਂ ਦਾ। ਇਸੇ ਕਰਕੇ ਭਗਤ ਜਨ ਕੀ ਕਹਿੰਦੇ ਨੇ, ਪਾਠ ਕਰਦੇ ਹਾਂ ਕੀ ਕਹਿੰਦੇ ਹੋ? ਮਹਾਰਾਜ ਅਸੀਂ ਇੱਦਾਂ ਦੇ ਹੀ ਹਾਂ, ਬੁਰੇ ਭਲੇ ਹਮ ਥਾਰੇ ਮਾਧੋ। ਅੱਜ ਕੀ ਕਹਿੰਦੇ? ਮਾਧੋ ਤੂੰ ਠਾਕੁਰ ਸਿਰ ਮੋਹਰਾ, ਇਹਾਂ ਊਹਾਂ ਤੁਹਾਰੋ ਤੋਹਰਾ। ਸੱਚੇ ਪਾਤਸ਼ਾਹ ਮੈਂ ਤੇਰਾ ਇੱਦਾਂ ਦਾ ਹੀ ਹਾਂ। ਭੁੱਲਾਂ ਗਲਤੀਆਂ ਹੁੰਦੀਆਂ ਹੋਣਗੀਆਂ, ਪਰ ਯਤਨ ਮੇਰਾ ਇਹੀ ਹੈ ਕਿ ਸੱਚ ਕਮਾ ਸਕਾਂ, ਜਿਸ ਨੂੰ ਗੁਰਸਿੱਖੀ ਕਹਿੰਦੇ ਆ। ਗੁਰਸਿੱਖੀ ਦਾ ਮਤਲਬ ਹੀ ਸੱਚ ਕਮਾਵਣਾ ਹੈ। ਗੁਰਸਿੱਖੀ ਦਾ ਮਤਲਬ ਕੋਈ ਲਿਬਾਸਾਂ ਦਾ ਝਗੜਾ ਨਹੀਂ ਹੈ, ਕੋਈ ਪੂਜਾ ਪਾਠ ਦਾ ਝਗੜਾ ਨਹੀਂ ਹੈ। ਗੁਰਸਿੱਖੀ ਦਾ ਮਤਲਬ ਕੋਈ ਸੰਪਰਦਾਇਕ ਝਗੜਾ ਨਹੀਂ, ਕਿਸੇ ਕਲੇਸ਼ ਪਾ ਬੈਠੀ ਨਹੀਂ। ਗੁਰਸਿੱਖੀ ਦਾ ਮਤਲਬ ਹੈ ਜੀਵਨ ਸੱਚਾ ਅਤੇ ਸੁੱਚਾ ਹੋ ਜਾਏ। ਜਿਸ ਦਾ ਵੀ ਜੀਵਨ ਸੱਚਾ ਅਤੇ ਸੁੱਚਾ ਹੈ ਉਹ ਗੁਰੂ ਨਾਨਕ ਸਾਹਿਬ ਦਾ ਸਿੱਖ ਹੋ ਸਕਦਾ ਹੈ। ਅਤੇ ਜਿਸ ਦਾ ਜੀਵਨ ਸੱਚਾ ਅਤੇ ਸੁੱਚਾ ਨਹੀਂ ਹੈ ਉਹ ਹੋਰ ਆਪਣੇ ਆਪ ਨੂੰ ਜੋ ਮਰਜ਼ੀ ਮੰਨ ਬੈਠੇ, ਪਰ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਨਹੀਂ ਜੀ ਹੋ ਸਕਦਾ। ਕਿਉਂਕਿ ਸਿੱਖ ਵਾਸਤੇ ਸ਼ਰਤ ਹੈ ਸੱਚਾ ਹੋਣਾ, ਸੁੱਚਾ ਹੋਣਾ। ਅਸੀਂ ਸੁੱਚਾ ਹੋਣ ਵਾਸਤੇ ਇਸ਼ਨਾਨ ਕਰੀ ਜਾਂਦੇ ਹਾਂ, 50 ਵਾਰ ਦਿਨ 'ਚ ਹੱਥ ਧੋ ਲਏ ਨੇ ਨਾ ਭਾਈ, ਇਹਦੇ ਸਰੀਰ ਨੂੰ ਤਾਂ ਇੱਕ ਵਾਰ ਹੱਥ ਧੋਤੇ ਵੀ ਠੀਕ ਨੇ, ਪਰ ਇੱਥੇ ਹੈ ਕਿ ਤੂੰ ਆਪਣਾ ਜਿਹੜਾ ਅੰਦਰੂਨੀ ਪੱਖ ਹੈ ਕਿ ਉਹ ਸੁੱਚਾ ਕੀਤਾ। ਵਡੇਰਿਆਂ ਦੀ ਜੁਗਤਾਂ ਨੂੰ ਅਸੀਂ ਕਦੇ ਕਦੇ ਵੇਖਿਆ ਹੋਣਾ। ਅੱਜ ਵੀ ਕਿਤੇ ਮੱਥਾ ਟੇਕਣ ਜਾਂਦੇ ਆਪਾਂ, ਜਦੋਂ ਪਰਿਵਾਰ ਸਮੇਤ ਉੱਥੇ ਮੱਥਾ ਟੇਕਿਆ, ਅਰਦਾਸ ਕੀਤੀ, ਕਥਾ ਕੀਰਤਨ ਸੁਣਿਆ, ਜਿਤਨਾ ਕੁ ਸਮਾਂ ਲੱਗਾ। ਅਤੇ ਕਈ ਵਾਰ ਸਿਆਣੇ ਕੀ ਕਹਿੰਦੇ ਨਾ, ਚਲੋ ਹੱਥ ਸੁੱਚੇ ਕਰ ਲਈਏ। ਅਸੀਂ ਭੱਜ ਕੇ ਨਲਕੇ ਵੱਲ ਤੁਰ ਪੈਂਦੇ ਹਾਂ, ਪਰ ਪਤਾ ਵੇਖਿਆ ਉਹ ਉੱਧਰ ਤੁਰ ਪਏ ਜਿੱਥੇ ਭਾਂਡੇ ਮਾਂਜੀ ਦੇ ਸਨ। ਉਹਨਾਂ ਪ੍ਰਸ਼ਾਦਾ ਛਕਿਆ, ਕਹਿੰਦੇ ਕਿ ਚਲੋ ਹੱਥ ਸੁੱਚੇ ਕਰ ਲਏ ਨੇ। ਹੁਣ ਉਹਨੇ ਇੱਕ ਥਾਲੀ ਆਪਣੀ ਤੇ ਧੋਣੀ ਹੈ, ਨਾਲ 2-4 ਹੋਰ ਧੋ ਹੁੰਦਾ। ਇੱਕ ਥਾਲੀ ਵੱਧ ਧੋਇਆ, 2 ਥਾਲੀ ਵੱਧ ਧੋਇਆ, ਅਤੇ ਉਹਨੂੰ ਤਸੱਲੀ ਹੱਥ ਸੁੱਚੇ ਹੋ ਗਏ। ਦਾ ਮਤਲਬ ਹੱਥ ਸੁੱਚੇ ਕਿੱਦਾਂ ਹੋਏ? ਸੇਵਾ ਕਰਨ 'ਤੇ ਹੱਥ ਸੁੱਚੇ ਹੁੰਦੇ ਨੇ। ਸੇਵਾ ਕਰਨ ਕਰਕੇ ਮਨ ਸੁੱਚਾ ਹੁੰਦਾ ਹੈ, ਸੇਵਾ ਕਰਨ ਕਰਕੇ ਤਨ ਸੁੱਚਾ ਹੁੰਦਾ ਹੈ।
ਇਸੇ ਕਰਕੇ ਸਾਡੇ ਵਡੇਰੇ ਨੇ ਸਿਮਰਨ ਅਤੇ ਸੇਵਾ ਦਾ ਜੋੜ ਦਿੱਤਾ ਹੈ। ਸਿਮਰਨ ਦੇ ਨਾਲ ਮਨ ਦੀ ਮੈਲ ਉਤਰਦੀ ਹੈ ਅਤੇ ਸੇਵਾ ਦੇ ਨਾਲ ਤਨ ਦੀ ਮੈਲ ਉਤਰਦੀ ਹੈ। ਅਸੀਂ ਸਿਮਰਨ ਤੇ ਸੇਵਾ ਕਰਿਆ ਕਰੀਏ। ਮਹਾਰਾਜ ਕਹਿੰਦੇ ਫਿਰ ਸੱਚ ਨਿਬੇੜਾ ਹੋ ਜਾਏਗਾ। ਇੱਥੇ ਸੇਵਾ ਕਰਕੇ ਸੱਚ ਕਮਾ ਕੇ ਜਾਓ ਤੇ ਫਿਰ ਕਿਉਂ ਨਹੀਂ। ਬੜਾ ਪਿਆਰਾ ਬਚਨ ਹੈ, ਅੱਗੇ ਪੜ੍ਹਿਆ ਹੋਣਾ, ਵਾਰਾਂ ਤੇ ਵਧੇਕ ਚਾਪ ਨੇ ਪੜ੍ਹਿਆ ਹੋਣਾ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ। ਪਾਪ ਕਰਮ ਕਰਦੇ ਹਾਂ। ਹੁਣ ਪਾਪ ਦੀ ਵਿਆਖਿਆ ਲੋਕਾਂ ਵਾਂਗ ਗੁਰੂ ਨਾਨਕ ਮੰਡਲ ਵਿੱਚ ਨਹੀਂ ਹੈ। ਜਿਵੇਂ ਲੋਕਾਂ ਦੇ ਅਨਮਤਾਂ ਦੇ ਵਿੱਚ ਪਾਪ ਦੀ ਵਿਆਖਿਆ ਹੈ, ਸਾਡੇ ਘਰ ਵੈਸੀ ਵਿਆਖਿਆ ਨਹੀਂ ਹੈ ਕਿ ਜੋ ਆ ਕਰਮ ਪਾਪ ਹੈ, ਆ ਕਰਮ ਪੁੰਨ ਨਹੀਂ। ਸਾਡੇ ਵਾਸਤੇ ਪੁੰਨ ਅਤੇ ਪਾਪ ਅਲੱਗ-ਅਲੱਗ ਨੇ। ਸਾਡੇ ਵਾਸਤੇ ਪਾਪ ਹੈ ਕਿ ਅਗਰ ਕਿਸ ਦਾ ਦਿਲ ਦੁਖਾਇਆ, ਝੂਠ ਬੋਲ ਕੇ ਕੋਈ ਕਰਤੱਵ ਕੀਤੇ ਤੇ ਪਾਪ ਹੀ, ਜਿਸ ਦੇ ਨਾਲ ਤੈਨੂੰ ਛੁਪਾਉਣਾ ਪੈ ਰਿਹਾ ਆਪਣੇ ਗੁਰੂ ਤੋਂ ਪਾਪ ਹੀ। ਜੇ ਕਰਮ ਨੂੰ ਕਰਕੇ ਤੈਨੂੰ ਆਪਣੇ ਮਾਪਿਆਂ ਤੋਂ ਛੁਪਾਉਣਾ ਪੈ ਰਿਹਾ ਤੇ ਪਾਪ ਹੀ। ਅਸੀਂ ਦਰਸ਼ਨ 'ਚ ਪੜ੍ਹਦੇ ਹੁੰਦੇ ਹਾਂ ਵੀ ਜਿਸ ਕਿਸੇ ਕਰਮ ਨੂੰ ਕਰਨ ਤੋਂ ਬਾਅਦ ਤੁਹਾਨੂੰ ਆਪਣੇ ਮਾਪਿਆਂ ਤੋਂ ਛੁਪਾਉਣਾ ਪਵੇ, ਆਪਣੇ ਪਰਿਵਾਰ ਸਪਾਊਸ ਭੈਣ ਭਰਾਵਾਂ ਤੋਂ, ਜੋ ਹਮ ਉਮਰ ਅਸੀਂ ਹੁੰਦੇ ਭੈਣ ਭਰਾ ਅਤੇ ਪਤੀ ਪਤਨੀ, ਜਿਹੜਾ ਕਰਮ ਕੀਤਾ ਤੁਹਾਨੂੰ ਆਪਣੇ ਪਤੀ ਪਤਨੀ ਇੱਕ ਦੂਜੇ ਤੋਂ ਛੁਪਾਉਣਾ ਪੈ ਰਿਹਾ ਹੈ, ਆਪਣੇ ਮਾਤਾ ਪਿਤਾ ਤੋਂ ਛੁਪਾਉਣਾ ਪੈ ਰਿਹਾ ਹੈ, ਆਪਣੇ ਭੈਣ ਭਰਾਵਾਂ ਤੋਂ ਛੁਪਾਉਣਾ ਪੈ ਰਿਹਾ ਹੈ, ਅਤੇ ਫਿਰ ਆਪਣੇ ਬੱਚਿਆਂ ਤੋਂ ਛੁਪਾਉਣਾ ਪੈ ਰਿਹਾ, ਯਕੀਨਨ ਪਾਪ ਹੋਏਗਾ। ਉਹ ਪਾਪ ਹੀ ਹੈ ਜੋ ਤੁਸੀਂ ਛੁਪਾ ਰਹੇ ਹੋ। ਅਤੇ ਜੇ ਤੁਸੀਂ ਚੰਗਾ ਕੰਮ ਕੀਤਾ, ਤੁਸੀਂ ਦੱਸਦੇ ਨਾ ਬੱਚੇ ਨੂੰ ਕਿ ਬੇਟਾ ਮੈਂ ਚੰਗਾ ਕੰਮ ਕਰਕੇ ਆਇਆ, ਫਖਰ ਨਾ ਦੱਸਦੇ। ਛੁਪਾਉਂਦੇ ਕਿਉਂ? ਚੰਗਾ ਕੰਮ ਤੁਸੀਂ ਭੈਣ ਭਰਾਵਾਂ ਤੋਂ ਛੁਪਾਉਂਦੇ ਕਿਉਂ? ਛੁਪਾ ਨਹੀਂ ਸਕਦੇ। ਮਾਪਿਆਂ ਤੋਂ ਕਿਉਂ ਛੁਪਾਓਗੇ? ਇਸ ਕਰਕੇ ਉਹ ਕਰਮ ਪਾਪ ਹੈ ਜਿਹੜਾ ਛੁਪਾਉਣਾ ਪੈ ਰਿਹਾ, ਅਤੇ ਉਹ ਹਰ ਕਰਮ ਪੁੰਨ ਹੈ ਜਿਸ ਨੂੰ ਕਰਕੇ ਤੁਸੀਂ ਫਖਰ ਨਾ ਜਾ ਸਕਦੇ ਹੋ। ਹਾਂ ਬੱਚੇ ਮੈਂ ਕੀਤਾ, ਮਾਣ ਨਾ ਕਹਿ ਦਿਓ ਪਰਿਵਾਰ ਦੇ, ਜਿਵੇਂ ਮੈਂ ਕੀਤਾ। ਬੜਾ ਪਿਆਰਾ ਬਚਨ ਸਤਿਗੁਰੂ ਨੇ ਕਿ ਪੁੰਨ ਦੀ ਪਰਿਭਾਸ਼ਾ ਕੀਤੀ ਹੈ, ਔਰ ਬਹੁਤ ਛੋਟੇ ਅੱਖਰਾਂ 'ਚ ਕੀਤੀ ਹੈ। ਸੰਧਿਆ ਦੇ ਵੇਲੇ ਰੋਜ਼ ਪੜ੍ਹਦੇ ਹਾਂ ਆਪਾਂ, ਕਰ ਡੰਡਾਉਤ ਪੁੰਨ ਵੱਡਾ ਹੈ। ਇਹ ਤਾਂ ਨਹੀਂ ਕਿਹਾ ਨਾ ਤੂੰ ਇੱਥੇ ਦਾਨ ਕਰ, ਇੱਥੇ ਕਾਰ ਕਰੇ ਕਿ ਪੁੰਨ ਵੱਡਾ, ਇਹ ਨਹੀਂ ਕਹਿਣ ਲੱਗੇ। ਕਰ ਡੰਡਾਉਤ, ਅਤੇ ਡੰਡਾਉਤ ਦਾ ਮਤਲਬ ਲੋਕ ਕਹਿੰਦੇ ਡੰਡੇ ਵਾਂਗ ਸਿੱਧਾ ਹੋ ਜਾ। ਡੰਡਾਉਤ ਹੁੰਦਾ ਹੈ ਆ ਕਦੇ ਕਿਤੇ ਵੇਖਿਆ ਹੋਣਾ ਸਾਡੇ ਇੱਥੇ ਵੀ, ਹਾਲਾਂਕਿ ਗੁਰਮਤਿ ਦੇ ਦਾਇਰੇ 'ਚ ਨਹੀਂ ਹੁੰਦਾ। ਲੋਕ ਆਉਂਦੇ ਨੇ, ਅਸੀਂ ਮਨਾ ਨਹੀਂ ਕਰ ਸਕਦੇ ਵੀ ਠੀਕ ਹੈ ਤਾਂ ਮਤ ਬਿੱਧ ਕੈਸੀ ਆ। ਸਰੀਰ ਜ਼ਮੀਨ 'ਤੇ ਲਿਟ ਜਾਂਦੇ ਨੇ, ਡੰਡੇ ਵਰਗੇ ਸਿੱਧੇ ਹੋ ਕੇ ਮੱਥਾ ਟੇਕਦੇ ਨੇ। ਹਾਲਾਂਕਿ ਦੇਵਿਕ ਮੰਡਲਾਂ ਦਾ ਇੱਕ ਦੇਵੀ ਦੇ ਉਪਾਸਕਾਂ ਦਾ ਵਿੱਚ ਐਸਾ ਸਿਲਸਿਲਾ ਹੈ, ਪਰ ਮਹਾਰਾਜ ਜੀ ਕਹਿੰਦੇ ਕਿ ਤੂੰ ਡੰਡੇ ਵਰਗਾ ਸਿੱਧਾ ਹੋ ਜਾ। ਅਤੇ ਸਿੱਧਾ ਹੋਣ ਦਾ ਮਤਲਬ ਪੁਰਾਣਾ ਮੁਹਾਵਰਾ ਕੀ ਹੈ? ਕੋਈ ਵਿੰਗ ਟੇਢ ਤੇਰੇ ਵਿੱਚ ਨਾ, ਕੋਈ ਐਬ ਨਾ ਹੋਵੇ, ਬਿਲਕੁਲ ਐਬ ਰਹਿਤ ਹੋ ਜਾ। ਬਸ ਇਹੀ ਤੇਰੇ ਵਾਸਤੇ ਸਭ ਤੋਂ ਵੱਡਾ ਪੁੰਨ ਹੈ। ਤੂੰ ਸ਼ਾਮ ਨੂੰ ਬੈਠਾ ਸੁਹਲੇ ਕਾ ਪਾਠ ਕਰਦਾ ਪਿਆ ਹੈ, ਬਸ ਡੰਡੇ ਵਰਗਾ ਸਿੱਧਾ ਹੋ ਜਾ, ਤੇਰੇ 'ਚ ਕੋਈ ਐਬ ਤੇ ਨਹੀਂ। ਸੰਧਿਆ ਨੂੰ ਤੂੰ ਸੁਹਲਾ ਕਾ ਪਾਠ ਕਰਦਾ ਆਪਣੇ ਗੁਰੂ ਕੇ ਸਨਮੁਖ ਹੈ, ਦੇਖ ਕਿ ਤੇਰੇ 'ਚ ਕੋਈ ਐਬ ਤੇ ਨਹੀਂ। ਦਿਨ ਭਰ ਤੂੰ ਕੋਈ ਐਬ ਕਰਮ ਤੇ ਨਹੀਂ ਕੀਤਾ, ਅਤੇ ਜੇ ਤੂੰ ਐਬ ਕਰਮ ਕੀਤਾ ਤੇ ਤੈਨੂੰ ਪੁੰਨ ਨਹੀਂ ਮਿਲੇਗਾ। ਸਿੱਧਾ ਹੋ ਜਾ। ਸੂਦੇ ਸੂਦੇ ਰੇਗ ਚਲੋ ਤੁਮ, ਕਹਿਣ ਲੱਗੇ ਕਰ ਡੰਡਾਉਤ ਪੁੰਨ ਵੱਡਾ ਹੈ। ਮਹਾਰਾਜ ਹੋਰ ਕੀ ਕਰੀਏ? ਕਹਿਣ ਲੱਗੇ ਕਰ ਅੰਜਲੀ। ਅੰਜਲੀ ਜੀ ਪੰਜਾਬੀ 'ਚ ਕਹਿੰਦੇ ਬੁੱਕ, ਬੁੱਕ ਬਣਾ ਲੈ, ਬੜਾ ਵੱਡਾ ਪੁੰਨ ਮਿਲੇਗਾ। ਇੱਥੇ ਹੁਣੇ ਥੋੜ੍ਹੀ ਦੇਰ ਬਾਅਦ ਜਦੋਂ ਦੀਵਾਨ ਦੀ ਸਮਾਪਤੀ ਹੋਣੀ ਆ, ਅਤੇ ਦੇਗ ਵਰਤਾਉਣ ਵਾਲੇ ਸੇਵਾਦਾਰ ਨੇ ਦੇਗ ਲੈ ਕੇ ਸਾਡੇ ਕੋਲ ਪਹੁੰਚਣਾ ਹੈ। ਭਾਵੇਂ ਵਕਤ 'ਤੇ ਬੈਠਾ ਹੋਇਆ ਅਮੀਰ ਹੈ ਕਿ ਗਰੀਬ ਹੈ, ਕੋਈ ਫਰਕ ਨਹੀਂ। ਪੜ੍ਹਿਆ ਲਿਖਿਆ ਕਿ ਅਨਪੜ੍ਹਿਆ, ਕੋਈ ਫਰਕ ਨਹੀਂ। ਕਿਸੇ ਦੇਸ਼ ਜਾਤੀ ਕੌਮ ਤੋਂ ਆਇਆ, ਕੋਈ ਫਰਕ ਨਹੀਂ। ਇੱਕੋ ਹੀ ਸ਼ਰਤ ਹੈ, ਭਲਿਆ ਬੁੱਕ ਕਰ ਤੇ ਪ੍ਰਸ਼ਾਦ ਮਿਲੇਗਾ। ਭਾਵੇਂ ਤੂੰ ਵਕਤ ਦਾ ਰਾਜਾ ਹੋਏਗਾ, ਮੁਬਾਰਕ ਤੈਨੂੰ, ਪਰ ਇੱਥੇ ਪ੍ਰਸ਼ਾਦ ਲੈਣਾ ਤੇ ਬੁੱਕ ਕਰ। ਬੁੱਕ ਨੂੰ ਅੰਜਲੀ ਕਹਿੰਦੇ ਜੀ, ਅਸੀਂ ਪੰਜਾਬੀ 'ਚ ਬੁੱਕ ਕਹਿੰਦੇ ਹਾਂ, ਹਿੰਦੀ 'ਚ ਅੰਜਲੀ ਕਹਿੰਦੇ। ਮਹਾਰਾਜ ਕਹਿਣ ਲੱਗੇ ਜੇ ਆਪਣੇ ਗੁਰੂ ਕਰਤੇ ਤੋਂ ਪ੍ਰਸਾਦ ਲੈਣਾ, ਆਹ ਤੇ ਆਪਾਂ ਪ੍ਰਸ਼ਾਦ ਲੈਣ ਲਈ ਬੁੱਕ ਹੱਥਾਂ ਦੀ ਕਰ ਲਈ। ਜੇ ਗੁਰੂ ਕਰਤੇ ਦੀ ਪ੍ਰਸਾਦ ਕਿਰਪਾ ਪ੍ਰਾਪਤ ਕਰਨੀ ਆ ਤੇ ਆਪਣੇ ਹਿਰਦੇ ਦਾ ਬੁੱਕ ਤਿਆਰ ਕਰ, ਝੋਲੀ ਤਿਆਰ ਕਰ। ਬਸ ਜਿਸ ਦਿਨ ਤੂੰ ਆਪਣੇ ਹਿਰਦੇ ਦੀ ਝੋਲੀ ਤਿਆਰ, ਬੁੱਕ ਤਿਆਰ ਕਰ ਲਿਆ, ਕਿਰਪਾ ਮਿਲ ਜਾਏਗੀ, ਪੁੰਨ ਮਿਲ ਜਾਏਗਾ ਤੈਨੂੰ। ਇਹ ਸਭ ਤੋਂ ਵੱਡਾ ਪੁੰਨ ਕਿ ਆਪਣੇ ਗੁਰੂ ਅੱਗੇ ਸਨਮੁਖ ਹੋ, ਸਾਵਧਾਨ ਹੋ, ਅਤੇ ਆਪਣੇ ਗੁਰੂ ਤੋਂ ਸਿਵਾ ਹੋਰ ਕਿਸੇ ਦੇ ਅੱਗੇ ਝੋਲੀ ਨਾ ਅੱਡੀ। ਚੇਤਾ ਰੱਖਣਾ, ਆਹ ਹੱਥ ਕਰਕੇ ਅਸੀਂ ਹੱਥ ਅੱਡਦੇ ਨਾ, ਇੱਕ ਮੁਹਾਵਰਾ ਹੈ, ਕਿਸੇ ਅੱਗੇ ਹੱਥ ਨਾ ਅੱਡਣਾ ਪਏ। ਚੇਤਾ ਰੱਖਣੀ, ਆਪਣੇ ਗੁਰੂ ਤੋਂ ਇਲਾਵਾ ਕਿਸੇ ਅੱਗੇ ਹੱਥ ਨਾ ਅੱਡੀ, ਆਪਣੇ ਗੁਰੂ ਤੋਂ ਇਲਾਵਾ ਕਿਸੇ ਅੱਗੇ ਝੁਕੀ ਵੀ ਨਾ, ਪਰ ਤੈਨੂੰ ਗੁਰੂ ਤੋਂ ਪੁੰਨ ਮਿਲ ਜਾਏਗਾ। ਮਹਾਰਾਜ ਕਹਿਣ ਲੱਗੇ ਆਪੇ ਬਖਸ਼ਾ ਸੱਚਾ ਬਖਸ਼ ਲਏ। ਬਸ ਇੱਕ ਵਾਰ ਤੂੰ ਸਤਿਗੁਰ ਦੇ ਅੱਗੇ ਸਾਵਧਾਨ ਸੁਚੇਤ ਸੱਚਾ ਹੋ ਜਾ, ਪੱਲੇ ਸੱਚ ਤੇਰੇ ਹੋ ਜਾਏ,
फिर बख्श लै फिर होए ना फेरा राम, फिर तैनूं दोबारा इस मात लोक ते नहीं आना पेगा, जा फिर फेरा तेरा कटिया गया। असीं ते कहने अब की बार बख्श बंदे कहो बाहुर ना पाओ। चलो फेरा, मैं दोबारा इस मात लोक ते नहीं आना चाहता महाराज, इस मात लोक ते बड़ी परेशानियां ते दुख पैंदे, इस बारी मैनू बख्श लो। जैसा भी हाँ गलतियां होईयां होणगियां, पर चेता रखना जान बुझ के कीतियां गलतियां ते माफ़ी भी तो नहीं मंगी जाती। आपे सच्चा बख्श ले फिर होए ना फेरा राम, फिर होए ना फेरा। पर किन्हां दा अंत सच नबेड़ा। फिर दोहरा के कहते ने जे सच होएगा तो इन्हां फेरियां तो बच जाओगे, तो जिस पल्ले सच ना होए तो फेरियां दी घुमण घेरी च पै जाओगे, किन्नी दूर जा डिगोगे पता नहीं। महाराज ने एक वचन दिता है, पाठ करद्या 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 अपने कदे पढ़िया होना, दई भवारी पुरख विधाता बहुर बहुर जन्मा दे। आ कदे कदे वेख्या होना ना खेडां दे विच, खास करके इत्थे दो पहलवान आपस च घुलदे ने, ते तगड़ा माड़े नूं चुक लैंदा ते अखाड़े तो बाहर सिੱਟ दिंदा, ते मतलब असीं तगड़ा हो गया ना, जेतू हो जांदा। कितनी दूर सिੱਟेगा पता नहीं लगता ना। इस तरह जम के रूप जो सानू भवारी इट्टी दे के सुੱਟਣਾ है, किन्ने जन्म दूर जा डिगांगे पता नहीं। इस पौड़ी ते जो नर चुकै आए जाए दुख पाएंदा, कितने दूरों वापस आवांगे पता नहीं। कई जन्म लगणगे वापस इत्थे आउण ते, फिर जे सच नपले होया फिर डिग पवांगे। कहन लगे अंत सच नबेड़ा होना ना, फिर होए ना फेरा सच नबेड़ा। महाराज किवें आखिर दसो ना, सच किनूं मिलदा? कि गुरमुख मिले वडियाई। सच प्राप्त करने वास्ते गुरमुख बन जा। गुरमुख का मतलब कोई वखरा लिबास धारी नहीं है। गुरमुख का मतलब अपने गुरु का सिख बन जा, अपने गुरु का हो जा। आपां कल भी आचरे सां, जिवें विद्यार्थी नूं पहले दिन वर्दी पाती, जे विद्यार्थी बन गया ना, तू अपने गुरु का विद्यार्थी बन जा, गुरु का सिख बन जा, तेरी संज्ञा गुरमुख हो जाएगी। तू गुरमुख है, तू मुख गुरु वाला तेरा, हुण गुरु तेरा राखा हो जाएगा। गुरमुख मिले वडियाई। याद रखना अध्यात्मक मंडल दे विच सिर्फ गुरमुख नूं वडियाई मिलती है। असां दे सारे दुनियावी सर्कलन तोड़दे होए गुरु नानक पातशाह जी ने प्रहलाद जी नूं गुरमुख कहता, वशिष्ठ नूं गुरमुख कहता, जनक नूं गुरमुख कहता। कदे सिद्ध गोष्ठ का पाठ करके देखना, इन्हां सारिਆਂ महाराज ने गुरमुख कहे। पता क्यों? इन्हां अपने गुरु की सिक्ख्या ते पहरा दिता है। प्रहलाद कहते ने मेरा गुरु कहते ने बस राम है तो है, वो कहते ने छड़ दे, कहने लगे ना मेरे गुरु नूं गल पै जाएगी, मैं नहीं छड़दा राम। जानक सतगुरु कहने लगे प्रहलाद गुरमुख है, ताइयों प्रहलाद की साखी सवेरे शाम सुणाते हैं। गुरमुख बन जाइए मतलब गुरु के हो जाइए, असी गुरु के बन जाइए, वडियाई मिल जाती है। सच्चे रंग राते जिहड़े गुरमुख बन जाते हैं, सच्चे दे सच्चे रंग विच रंगे जाते हैं। जो असीं वेखदे हैं स्कूल के बच्चे एक स्कूल की वर्दी पा के इक्के रंग च रंगे जाते हैं, इवें जिहड़े गुरमुख ने ना वो प्रेम रंग विच रंगे हुंदे ने। गुरमुखां कोई कोई रंग हुंदा, प्रेम रंग च रंगे ने। साचे रंग राते सहजे माते, ते फिर वो आनंद विच मगन हुंदे ने। प्रेम रंग लगा होया हर नामा, हर रंग है हर रंग मजीठे रंग, गुर तुठै हर रंग चाढ़िया, फिर बढ़ ना होवे भंग। गुरु ने खुश होकर प्रेम का रंग ला दिता है, फिर आनंद विच नचदे ने। साचे रंग राते सहजे माते, सहजे रहे समाई, फिर सच टिके ने, सहज विच टिके ने, आनंद विच टिके रहिंदे ने। सच्चा मन भाया, ये बख्शिश पता किन्हां नूं मिलदी है? जिन्हां नूं मन करके सच्चा वाहिगुरू चंगा लगदा है। असीं अपने वाहिगुरू नूं चंगा समझी, प्रेम करिए। सच्चा मन भाया, सच वसाया, उन्हां उहदे नाम नूं अपने हिरदे च वसाया है। वो जितना हो सकदा असीं ते अपना करिए ना, अपना 100% पा दईए, अगले काम उहदे ने। फिर सच नबेड़ा अंत करदा हो। सच्चा मन भाया, सच वसाया, शब्द रते, जो सच्चे नूं चंगे लगे, सच जिन्हां नूं चंगा लगा, सच मन च वसा लिया। फिर अंत सच, अंत नबेड़ा राम, फिर उन्हां दा नबेड़ा सच ते हुंदा है। नानक नाम रते से सच समाणे। महाराज अपना नाम लिखते हैं, भाई चेता रखियो जिहड़े नाम ना रंगे गए, नाम च जुड़ गए, उही सच विच समाउंदे ने,
ਉਹੀ ਸੱਚ 'ਚ ਰੰਗ ਜਾਂਦੇ ਨੇ, ਉਹ ਅਖੀਰ ਸੱਚ ਸਮਾ ਜਾਂਦੇ ਨੇ ਤੇ ਨਤੀਜਾ ਬਾਹੁਰ ਨਾ ਭੌਜਲ ਫੇਰਾ, ਫਿਰ ਆਵਾਗਮਨ ਦੇ ਗਿੜ ਤੋਂ ਮੁਕਤ ਹੋ ਜਾਂਦੇ ਨੇ। ਅਸੀਂ ਬੇਨਤੀ ਕਰਦੇ ਮਹਾਰਾਜ ਅਬ ਕੀ ਬਾਰ ਬਖਸ਼ ਬੰਦੇ ਕੋ ਬਾਹੁਰ ਨਾ ਭੌਜਲ ਫੇਰਾ। ਅਸੀਂ ਕਿਤੇ ਕਹਿ ਦਿਆ ਕਰੀਏ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵ ਹੋ ਤੇਲ, ਦੇਹ ਸੱਜਣ ਆਸੀ ਸੜੀਆਂ। ਜਿਉ ਹੋਵੈ ਸਾਹਿਬ ਸੁਮੇਲ ਤੇ ਸੀ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸ਼ਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ ਹੋ ਸਕੀਏ। ਸਾਡਾ ਗਮਨ ਮਿਟ ਜੇ, ਆਵਾਗਮਨ ਮਿਟ ਜੇ, ਭੁੱਲ ਚੁੱਕ ਦੇ ਖਿਮਾ, ਆਸੀਸ ਤੇ ਪਿਆਰ ਦੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।